ਫੋਰੈਂਸਿਕ ਟੀਮ ਦੇ ਵੱਲੋਂ ਜਿਸ ਤਰੀਕੇ ਨਾਲ ਦਿੱਲੀ ਪੁਲਿਸ ਨੂੰ ਫੋਟੋਆਂ ਜਾਰੀ ਕਰ ਦਿੱਤੀਆਂ ਗਈਆਂ ਨੇ, ਫੋਟੋਆਂ ਦੀ ਇੱਕ ਲਿਸਟ ਫੜਾਈ ਗਈ ਹੈ। ਉਸ ਦੇ ਵਿੱਚ ਬਹੁਤ ਸਾਰੇ 200 ਦੇ ਕਰੀਬ ਕਹੇ ਜਾ ਰਹੇ ਨੇ, ਉਸ ਤੋਂ ਉੱਪਰ ਹੋ ਸਕਦੇ ਨੇ ਲੋਕ ਜਿਨ੍ਹਾਂ ਦੀਆਂ ਫੋਟੋਆਂ ਤੇ ਵੀਡੀਓ ਵਾਇਰਲ ਕਰਕੇ ਹਵਾਲਾ ਦਿੱਤਾ ਜਾ ਰਿਹਾ ਕਿ ਇਹ ਉਹ ਲੋਕਾਂ ਦੀ ਲਿਸਟ ਹੈ ਜਿਹੜੇ ਕਿ ਲਾਲ ਕਿਲੇ ਵਾਲੀ ਘਟਨਾ ਦੇ ਵਿੱਚ ਮੌਜੂਦ ਸਨ। ਕੋਈ ਜੇ ਇਹੋ ਜੀ ਗੱਲ ਕਤਾਹੀ ਹੋਈ ਵੀ ਆ ਤੇ ਉਹ ਇੱਕ ਮਾਈਨਰ ਅਫੈਂਸ ਆ, ਉਹਦੇ ਵਿੱਚ ਐਡਾ ਵੱਡਾ ਕੌਮ ਨੂੰ ਖਤਰਾ ਜਾਂ ਲੋਕਾਂ ਦੇ ਉੱਤੇ UAPA, ਜਿਵੇਂ ਮੈਨੂੰ ਪਤਾ ਲੱਗਦਾ ਕਿ ਇੰਦਰਜੀਤ ਸਿੰਘ ਨਿੱਕੂ ਦੇ ਉੱਤੇ ਵੀ ਜਿਹੜੇ ਇੱਕ ਸਿੰਗਰ ਹੈਗੇ ਆ UAPA ਲਾ ਦਿੱਤਾ ਗਿਆ। ਇਹ UAPA ਦਾ ਲੱਗਣ ਦਾ ਮਤਲਬ ਕਿ ਜੇਲ੍ਹ 'ਚ ਸੜਨਾ, 8-8 ਸਾਲ ਤੋਂ ਲੋਕ ਸੜ ਰਹੇ ਆ। ਮੇਰੇ ਹਿਸਾਬ ਨਾਲ ਇਸ ਵੇਲੇ ਹਰੇਕ ਚੀਜ਼ ਜਿਹੜੀ ਆ ਇਹ ਇੱਕ ਸਿੱਖਾਂ ਦੇ ਖਿਲਾਫ ਸਾਜ਼ਿਸ਼ ਰਚੀ ਗਈ ਆ। ਇੱਕ ਪਾਸੇ ਤੇ ਨੌਜਵਾਨਾਂ ਨੂੰ ਡਰਾਉਣਾ ਔਰ ਦੂਜੇ ਪਾਸੇ ਇਹਨਾਂ ਲੋਕਾਂ ਨੂੰ ਹਰਾਸ ਕਰਕੇ, ਜਿਵੇਂ ਕਹਿੰਦੇ ਆ ਨਾ ਕਿ ਜੇ ਕਾਵਾਂ ਨੂੰ ਡਰਾਉਣਾ ਹੋਵੇ ਕਾਂ ਮਾਰ ਕੇ ਟੰਗ ਦੇਈਦਾ, ਉਸੇ ਕਿਸਮ ਦਾ ਕਿ ਇਹਨਾਂ ਲੋਕਾਂ ਨੂੰ ਭਾਵੇਂ ਇਹ ਸੱਚੇ ਆ ਭਾਵੇਂ ਝੂਠੇ ਆ ਫਸਾਓ ਤਾਂ ਕਿ ਬਾਕੀ ਦਿਆਂ ਨੂੰ ਸਬਕ ਮਿਲ ਜੇ। ਪਾਕਿਸਤਾਨ ਵਾਸਤੇ ਜਿਹੜਾ ਜਥਾ ਰੋਕਿਆ ਗਿਆ ਉਹਦੇ ਵਿੱਚ ਮੈਨੂੰ ਦੱਸੋ ਵੀ ਕੀ ਰੁਕਾਵਟ ਸੀ ਜਾਂ ਕੀ ਉਹ ਕਿਹੜੇ ਮੁਲਕ ਦੇ ਬੰਦੇ ਸੀ ਜਿਨ੍ਹਾਂ ਨੂੰ ਉਹਨਾਂ ਤੇ ਇਹ ਇਲਜ਼ਾਮ ਲਾਏ ਆ। ਕਰੋਨਾ ਜਿਹੜਾ ਉਹਨੂੰ ਉਸ ਨੂੰ ਮੋਦੀ ਨੂੰ ਨਹੀਂ ਦੱਸਿਆ ਜਿਸ ਵੇਲੇ ਉਹ ਲਖਨਊ ਤੇ ਬੰਗਾਲ ਦੇ ਵਿੱਚ ਜਾ ਕੇ ਜਿਹੜੇ ਵੱਡੇ ਰੈਲੀਆਂ ਕੀਤੀਆਂ। ਕਿਸਾਨ ਮੋਰਚੇ ਨੂੰ ਸਿੱਖੀ ਦਾ ਰੂਪ ਨਹੀਂ ਦੇਣਾ ਚਾਹੀਦਾ, ਹਾਲਾਂਕਿ ਸਿੱਖ ਉੱਥੇ ਹੈਗੇ ਆ ਪਰ ਉਹ ਸਿੱਖ ਮਾਮਲਾ ਨਹੀਂ ਹੈ, ਸਿੱਖ ਇਸ਼ੂ ਨਹੀਂ ਹੈਗਾ। ਬਿਲਕੁਲ ਤਿੰਨ ਕਿਸਾਨ ਬਿਲਕੁਲ ਕਿਸਾਨੀ ਇਹ ਸਾਨੂੰ ਕਿਸੇ ਵੀ ਤਰੀਕੇ ਨਾਲ ਸੂਟ ਨਹੀਂ ਕਰੂਗਾ ਕਿ ਜੇ ਅਸੀਂ ਉਸਨੂੰ ਸਿੱਖੀ ਰੂਪ ਦਈਏ। ਜਿਸ ਕਿਸਮ ਨਾਲ ਦੇਸ਼ ਦੇ ਵਿੱਚ ਸਰਕਾਰ ਦੇ ਉੱਤੇ ਬੇਭਰੋਸਗੀ ਆ, ਜਿਸ ਕਿਸਮ ਨਾਲ ਗਲਤ ਬਿਆਨਬਾਜ਼ੀ ਲਗਾਤਾਰ ਪੁੱਠੀ ਸਿੱਧੀ ਜਿਹੜੀ ਆ ਕਿ ਕਾਨੂੰਨਾਂ 'ਚ ਕੀ ਗਲਤ ਹੈ, ਅੱਜ ਵੀ ਪ੍ਰਧਾਨ ਮੰਤਰੀ ਕਹਿੰਦੇ, ਇਹਦਾ ਮਤਲਬ ਉਹ ਆਪਣੀ ਹੈਂਕੜ ਤੇ ਆਪਣੀ ਜਿਹੜੀ ਜਿੱਦ ਦੇ ਉੱਤੇ ਬੈਠੇ ਹੋਏ ਆ। ਦੁਨੀਆ ਭਰ ਦੇ ਵਿੱਚ ਕਿਸੇ ਦੀਆਂ ਫੋਟੋ ਪਾ ਦਿਓ ਤੇ ਕੱਲ ਨੂੰ ਜਦੋਂ ਉਹ ਨਾ ਨਿਕਲੇ, ਕੋਈ ਉਹੋ ਜਿਹਾ ਸੱਚ ਨਾ ਨਿਕਲੇ ਤੇ ਫਿਰ ਉਹਨਾਂ ਦਾ ਮਾਨਹਾਨੀ ਦਾ ਮੁਕੱਦਮਾ ਤੇ ਸਰਕਾਰ ਨੂੰ ਕੇਸ ਕਰਨਾ ਹੀ ਪਊਗਾ। ਪੁਲਿਸ ਨੂੰ ਵੀ ਅਮਿਤ ਸ਼ਾਹ ਵੀ ਹੁਣ ਜਾ ਕੇ ਉੱਥੇ ਸ਼ਾਇਦ 22 ਤਰੀਕ ਨੂੰ ਭੁਗਤਣਗੇ ਜਾ ਕੇ ਵੈਸਟ ਬੰਗਾਲ ਦੇ ਵਿੱਚ। ਉਹਨਾਂ ਨੇ ਮਾਨਹਾਨੀ ਦਾ ਜਿਹੜਾ ਮੁਕੱਦਮਾ ਇਹਨਾਂ ਦੇ ਉੱਤੇ ਪਾਇਆ, ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਜ਼ਰੂਰ ਕਰਕੇ ਆਏ ਹੋਣਗੇ ਉੱਥੇ, ਕਿਉਂਕਿ ਉੱਥੇ ਇਲੈਕਸ਼ਨਾਂ ਦਾ ਮਾਹੌਲ। ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ ਜੀ। ਔਰ ਜਿਨ੍ਹਾਂ ਦੀ ਗੁੱਡ ਮਾਰਨਿੰਗ ਸਾਡੇ ਨਾਲ ਹੋਈ ਹੈ ਉਹਨਾਂ ਨੂੰ ਅਸੀਂ ਗੁੱਡ ਮਾਰਨਿੰਗ ਕਹਿੰਦੇ ਹਾਂ। ਔਰ ਜਿਹੜੇ ਲੋਕ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ ਉਹ ਤਾਂ ਚਾਹ ਦਾ ਕੱਪ ਜਿਹੜਾ ਹੱਥ ਦੇ ਵਿੱਚ ਫੜ ਲੈਣ, ਕਿਉਂਕਿ ਗੱਲਾਂ ਕਰਨੀਆਂ ਨੇ ਅਸੀਂ ਬਹੁਤ ਸਾਰੀਆਂ। ਔਰ ਜੇ ਤੁਸੀਂ ਵੀ ਸਾਡੇ ਨਾਲ ਜਿਹੜਾ ਜ਼ਰੂਰ ਜੁੜੋਗੇ ਤੇ ਤੁਹਾਡੇ ਨਾਲ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਔਰ ਇਹ ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਵੱਡਾ ਅਪਡੇਟ ਇਹ ਸਾਹਮਣੇ ਆ ਰਿਹਾ ਕਿ ਫੋਰੈਂਸਿਕ ਟੀਮ ਜਿਹੜੀ ਹੈ ਉਸਨੇ ਦਿੱਲੀ ਪੁਲਿਸ ਨੂੰ ਲਿਸਟ ਜਿਹੜੀ ਹੈ ਇੱਕ ਸੌਂਪੀ ਹੈ। ਉਸ ਲਿਸਟ ਦੇ ਵਿੱਚ ਤਕਰੀਬਨ 200 ਸਿੱਖ ਅੰਦੋਲਨ ਦੇ ਨਾਲ ਜੁੜੇ ਅੰਦੋਲਨਕਾਰੀ ਨੇ ਜਿਨ੍ਹਾਂ ਦੀ ਫੋਟੋਆਂ ਜਾਰੀ ਕੀਤੀਆਂ ਗਈਆਂ ਨੇ, ਵੀਡੀਓਜ਼ ਜਾਰੀ ਕੀਤੀਆਂ ਨੇ। ਔਰ ਉਹ ਵੀਡੀਓ ਤੇ ਫੋਟੋਆਂ ਜਾਰੀ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਲੋਕ ਦੱਸੇ ਜਾ ਰਹੇ ਨੇ ਜਿਹੜੇ ਕਿ ਲਾਲ ਕਿਲੇ ਦੇ ਵਿੱਚ ਜਿਹੜਾ ਝੰਡਾ ਲੈ ਕੇ ਪਹੁੰਚੇ ਸੀ। ਇਹ ਉਹਨਾਂ ਦੀ ਲਿਸਟ ਤੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ। ਮੇਨ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਸਤਨਾਮ ਪੰਨੂ ਦਾ ਨਾਮ ਵੀ ਸ਼ਾਮਿਲ ਹੈ, ਇੰਦਰਜੀਤ ਨਿੱਕੂ ਸਿੰਗਰ ਹੈਗੇ ਨੇ, ਉਹਨਾਂ ਦੀ ਵੀ ਫੋਟੋ ਜਾਰੀ ਕਰ ਦਿੱਤੀ ਗਈ ਹੈ। ਲੱਖਾ ਸਿਧਾਣਾ ਦੀ ਫੋਟੋ ਹੈ ਇਸ ਵਿੱਚ। ਰੁਲਦੂ ਸਿੰਘ ਜਿਹੜੇ ਨੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦਾ ਨਾਮ ਵੀ ਸ਼ਾਮਿਲ ਹੈ। ਤੇ ਇਸ ਤੋਂ ਇਲਾਵਾ 200 ਦੇ ਕਰੀਬ ਨੌਜਵਾਨ ਤੇ 200 ਦੇ ਕਰੀਬ ਹੋਰ ਲੋਕ ਅਜਿਹੇ ਨੇ ਜਿਨ੍ਹਾਂ ਫੋਟੋਆਂ ਦੇ ਨਾਲ ਜਿਹੜੀ ਹੈ ਉਹ ਲਿਸਟ ਭਰ ਦਿੱਤੀ ਗਈ ਹੈ। ਤੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੀਆਂ ਫੋਟੋ ਤੇ ਵੀਡੀਓ ਵਾਇਰਲ ਹੋਈਆਂ ਨੇ ਜਿਹੜੀਆਂ ਕਿ ਪਹੁੰਚੇ ਹੋਏ ਸੀ ਲਾਲ ਕਿਲੇ ਦੇ ਵਿੱਚ। ਇਹਨਾਂ ਦੇ ਵਿੱਚ ਜਦੋਂ ਮੀਡੀਆ ਨੇ ਗੱਲਬਾਤ ਕੀਤੀ, ਖਾਸ ਕਰਕੇ ਇੰਦਰਜੀਤ ਨਿੱਕੂ ਦੇ ਨਾਲ ਗੱਲਬਾਤ ਹੋਈ ਹੈ, ਸਤਨਾਮ ਪੰਨੂ ਹੋਰਾਂ ਦੀ ਇੰਟਰਵਿਊ ਵੀ ਕੀਤੀ ਗਈ ਹੈ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਤਾਂ ਆਊਟਰ ਰਿੰਗ ਰੋਡ ਤੇ ਸੀਗੇ, ਅਸੀਂ ਉੱਥੇ ਪਹੁੰਚੇ ਹੀ ਨਹੀਂ ਤੇ ਸਾਡੀ ਫੋਟੋ ਕਿਵੇਂ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਦਾ ਇਹ ਕਹਿਣਾ ਕਿ ਲਾਲ ਕਿਲੇ ਦੇ ਵਿੱਚ ਤਕਰੀਬਨ ਬਹੁਤ ਸਾਰੇ ਜਿਹੜੇ ਫੋਟੋਆਂ ਦੇ ਵਿੱਚ ਜਾਰੀ ਜਿਨ੍ਹਾਂ ਦੀਆਂ ਫੋਟੋਆਂ ਕੀਤੀਆਂ ਗਈਆਂ ਨੇ ਉਹ ਲੋਕ ਲਾਲ ਕਿਲੇ ਦੇ ਵਿੱਚ ਨਹੀਂ ਸੀਗੇ। ਲਾਲ ਕਿਲੇ ਵਾਲੀ ਘਟਨਾ ਦੇ ਵਿੱਚ ਉਹ ਉੱਥੇ ਸ਼ਾਮਿਲ ਸੀਗੇ ਹੀ ਨਹੀਂ ਤੇ ਉਹਨਾਂ ਦੀਆਂ ਫੋਟੋਆਂ ਤੇ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਕਿਉਂ ਕਰ ਦਿੱਤੀਆਂ ਗਈਆਂ, ਜਾਂ ਉਹ ਫੋਟੋਆਂ ਵਾਇਰਲ ਕਰਕੇ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ। ਯਾਨੀ ਕਿ ਕਿਤੇ ਨਾ ਕਿਤੇ ਹੁਣ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਹੋਣ ਜਾ ਰਹੀਆਂ ਨੇ, ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਣੀਆਂ ਨੇ। ਅੱਗੇ ਇਸ ਅੰਦੋਲਨ ਦੀ ਰੂਪਰੇਖਾ ਜਿਹੜੀ ਹੈ ਉਹ ਕਿਸਾਨ ਅੰਦੋਲਨਕਾਰੀਆਂ ਦਾ ਇਹ ਕਹਿਣਾ ਕਿ ਅਸੀਂ ਹੋਰ ਵੀ ਰੂਪਰੇਖਾ ਜਿਹੜੀ ਸਖਤ ਕਰਾਂਗੇ, ਤਿੱਖੀ ਕਰਾਂਗੇ। ਔਰ ਗ੍ਰਿਫਤਾਰੀ ਜਿਨ੍ਹਾਂ ਦੀਆਂ ਖਾਸ ਕਰਕੇ ਫੋਟੋਆਂ ਇਸ ਵਿੱਚ ਆਈਆਂ ਨੇ, ਜਿਵੇਂ ਕਿ ਸਤਨਾਮ ਪੰਨੂ ਦੀ ਫੋਟੋ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਘਟਨਾ ਦੇ ਵਿੱਚ। ਉਹਨਾਂ ਦਾ ਇਹ ਕਹਿਣਾ ਕਿ ਗ੍ਰਿਫਤਾਰੀ ਅਸੀਂ ਦੇਣੀ ਹੈ ਜਾਂ ਨਹੀਂ, ਇਸ ਤੋਂ ਪਹਿਲਾਂ ਅਸੀਂ ਜਥੇਬੰਦੀਆਂ ਦੇ ਨਾਲ
ਸਾਰਾ ਸਲਾਹ ਮਸ਼ਵਰਾ ਕਰਾਂਗੇ, ਉਸ ਤੋਂ ਬਾਅਦ ਹੀ ਗ੍ਰਿਫਤਾਰੀ ਦੇਣ ਬਾਰੇ ਸੋਚਾਂਗੇ। ਸੋ ਹੁਣ ਫਿਰ ਤੋਂ ਸਖਤੀ ਜਿਹੜੀ ਹੈ ਦਿੱਲੀ ਪੁਲਿਸ ਦੇ ਵੱਲੋਂ ਵੀ ਵਧਾਈ ਜਾ ਰਹੀ ਹੈ। ਬਹੁਤ ਸਾਰੇ ਰਸਤੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਸਖਤੀ ਵਧਾ ਦਿੱਤੀ ਗਈ ਹੈ, ਜਿਨ੍ਹਾਂ ਦੇ ਉੱਤੇ ਰੋਕ ਲਗਾਈ ਗਈ ਹੈ, ਜਿਹੜੇ ਕਿ ਬੰਦ ਕਰ ਦਿੱਤੇ ਗਏ ਨੇ ਤੇ ਫੋਰਸ ਵੀ ਜਿਹੜੀ ਹੈ ਹੋਰ ਤੈਨਾਤ ਕਰ ਦਿੱਤੀ ਗਈ ਹੈ। ਯਾਨੀ ਕਿ ਫਿਰ ਤੋਂ ਇੱਕ ਟਾਕਰੇ ਵਾਲੀ ਸਥਿਤੀ ਜਿਹੜੀ ਹੈ ਉਹ ਸਿਚੁਏਸ਼ਨ ਜਿਹੜੀ ਹੈ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਖਬਰ ਤੇ ਵੀ ਪੂਰੇ ਤਰੀਕੇ ਨਾਲ ਅਸੀਂ ਨਜ਼ਰ ਪਾਵਾਂਗੇ। ਸਾਡੇ ਨਾਲ ਥੋੜੀ ਦੇਰ ਤੱਕ ਸਾਡੇ ਜਿਹੜੇ ਗੈਸਟ ਨੇ ਪ੍ਰੋਫੈਸਰ ਮਨਜੀਤ ਸਿੰਘ, ਸਾਡਾ ਹਮੇਸ਼ਾ ਹਰ ਮੁੱਦੇ ਤੇ ਗੱਲਬਾਤ ਲਈ ਉਹ ਜੁੜਦੇ ਨੇ, ਉਹ ਸਾਡੇ ਨਾਲ ਜੁੜਨਗੇ। ਇਹ ਸਾਰੀ ਖਬਰ ਦਾ ਨਿਚੋੜ ਜਿਹੜਾ ਹੈ ਪ੍ਰੋਫੈਸਰ ਮਨਜੀਤ ਦੇ ਨਾਲ ਅਸੀਂ ਕਰਾਂਗੇ। ਇਸ ਤੋਂ ਇਲਾਵਾ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਜਿਹੜੇ ਸਮਾਗਮ ਨੇ ਉੱਥੇ ਜਿਹੜਾ ਜੱਥਾ ਜਾਣਾ ਸੀ ਉਸ ਜੱਥੇ ਨੂੰ ਰੋਕ ਦਿੱਤਾ ਗਿਆ। ਪਾਕਿਸਤਾਨ ਇਹ ਜੱਥਾ ਜਾ ਰਿਹਾ ਸੀਗਾ, 600-700 ਦੇ ਕਰੀਬ ਇਸ ਜੱਥੇ ਦੇ ਵਿੱਚ ਲੋਕ ਸੀਗੇ, ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਅੰਮ੍ਰਿਤਸਰ ਦੇ ਵਿੱਚ ਉਹ ਜੱਥਾ ਖੜਾ ਹੋਇਆ, ਪਰ ਸਰਕਾਰ ਦੇ ਵੱਲੋਂ ਬਾਰਡਰ ਦੇ ਗੇਟ ਬੰਦ ਕਰ ਦਿੱਤੇ ਗਏ ਨੇ ਔਰ ਹਵਾਲਾ ਦਿੱਤਾ ਜਾ ਰਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਇਹ ਜੱਥਾ ਪਾਕਿਸਤਾਨ ਨਹੀਂ ਜਾਏਗਾ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ, ਸਿੱਖ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਬਕਾਇਦਾ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਿ ਜੱਥਾ ਜਾਣ ਦੇਣਾ ਚਾਹੀਦਾ ਹੈ। ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅੱਜ ਆਖਰੀ ਜਿਹੜਾ ਦਿਨ ਹੈ ਉਹ ਅਸੀਂ ਸਮਾਂ ਦਿੰਦੇ ਹਾਂ ਸਰਕਾਰ ਨੂੰ ਕਿ ਉਹ ਅੱਜ ਵੀ ਜਿਹੜਾ ਇਹ ਪਰਮਿਸ਼ਨ ਦੇ ਦੇਣ ਤੇ ਜੱਥਾ ਜਿਹੜਾ ਰਵਾਨਾ ਕਰ ਦਿੱਤਾ ਜਾਏ, ਕਿਉਂਕਿ ਇਹ ਇਤਿਹਾਸ ਦੀ ਇੱਕ ਬੱਜਰ ਗਲਤੀ ਸਾਬਿਤ ਹੋਏਗੀ ਜੋ ਭਾਰਤ ਸਰਕਾਰ ਕਰ ਰਹੀ ਹੈ। ਇਸ ਤੋਂ ਇਲਾਵਾ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਉਛਾਲ ਮਾਰੀਆਂ ਨੇ, ਮਹਿੰਗਾਈ ਨੇ ਲੋਕਾਂ ਦੇ ਪੂਰੀ ਤਰ੍ਹਾਂ ਲੱਕ ਤੋੜ ਕੇ ਰੱਖਿਆ ਹੋਇਆ, ਲੋਕ ਹਾਹਾਕਾਰ ਮਚਾ ਰਹੇ ਨੇ। ਇਸ ਮਹਿੰਗਾਈ ਦਾ ਕਾਰਨ ਕੀ ਹੈ? ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਨਿਚੋੜ ਜਿਹੜਾ ਹੈ ਅਸੀਂ ਕਰਾਂਗੇ, ਪੂਰੀ ਕੋਖ ਕਰਾਂਗੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜਿਹੜੇ ਨੇ ਉਹ ਇਸ ਵੇਲੇ ਜੁੜੇ ਹੋਏ ਨੇ। ਔਰ मैं अपने दर्शकों को दसदा कि ਜਿਹੜੇ ਦਰਸ਼ਕ ਸਾਨੂੰ ਫੇਸਬੁੱਕ ਜ਼ਰੀਏ ਦੇਖਣਗੇ, ਕਿਸੇ ਵੀ ਪਲੇਟਫਾਰਮ ਤੇ ਸਾਡੇ ਨਾਲ ਜੁੜੇ ਹੋਏ ਨੇ, ਟੀਵੀ ਦੇ ਉੱਤੇ ਬਕਾਇਦਾ ਤੁਹਾਨੂੰ ਨੰਬਰ ਆ ਰਿਹਾ, ਫੋਨ ਕਾਲਸ ਸਾਡੀਆਂ ਖੁੱਲੀਆਂ ਨੇ। ਇਹਨਾਂ ਤਿੰਨਾਂ ਖਬਰਾਂ ਦੇ ਉੱਤੇ ਤੁਹਾਡੀ ਆਪਣੀ ਕੀ ਸਲਾਹ ਹੈ ਉਹ ਵੀ ਤੁਸੀਂ ਸਾਂਝੀ ਕਰਨਾ। ਬਹੁਤ ਘੱਟ ਸ਼ਬਦਾਂ ਦੇ ਵਿੱਚ ਆਪਣੀ ਗੱਲ ਜ਼ਰੂਰ ਰੱਖਿਓ, ਚਾਹੇ ਤੁਸੀਂ ਮਹਿੰਗਾਈ ਤੇ ਭਾਰਤ ਦੇ ਵਿੱਚ ਮਹਿੰਗਾਈ ਦੇ ਉੱਤੇ ਗੱਲ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਿਸ ਤਰੀਕੇ ਨਾਲ ਫੋਟੋਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿਸਾਨ ਅੰਦੋਲਨਕਾਰੀਆਂ ਦੀਆਂ ਵੀਡੀਓ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਉਸ ਤੇ ਗੱਲ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਜਿਹੜਾ ਨਨਕਾਣਾ ਸਾਹਿਬ ਜੱਥਾ ਜਿਹੜਾ ਉਹ ਰੋਕਿਆ ਗਿਆ ਉਸ ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਕਾਲਸ ਕਰ ਸਕਦੇ ਹੋ। ਨੰਬਰ ਮੈਂ ਫਿਰ ਤੋਂ ਇੱਕ ਵਾਰੀ ਤੁਹਾਨੂੰ ਦੱਸ ਦਿੰਦੀ ਹਾਂ, ਨੰਬਰ ਆ ਜੀ ਤੁਹਾਡੀ ਟੀਵੀ ਸਕਰੀਨ ਤੇ ਵੀ ਆ ਰਿਹਾ ਹੈ 188892392656। ਮੈਂ ਇੱਕ ਵਾਰੀ ਫਿਰ ਤੋਂ ਦੁਹਰਾ ਦਿੰਦੀ ਹਾਂ ਜੀ 1888 923 2656। ਸੋ ਇਹ ਨੰਬਰ ਹੈ, ਕਾਲਸ ਕਰ ਸਕਦੇ ਹੋ, ਗੱਲਬਾਤ ਤੁਹਾਡੇ ਨਾਲ ਕਰਾਂਗੇ। ਇਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ ਸਵਾਗਤ ਕਰਦੀ ਹਾਂ। ਪ੍ਰੋਫੈਸਰ ਮਨਜੀਤ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਦੇ ਦ ਮਾਰਨਿੰਗ ਸ਼ੋ ਦੇ ਵਿੱਚ। ਬਹੁਤ-ਬਹੁਤ ਧੰਨਵਾਦ ਸ਼ੈਰੀ ਜੀ। जी प्रोफैसर साहब गल्लां बहुत सारियां करनियां ने तुहाडे नाल, बहुत सारे मुद्दे ते असीं गलबात करांगे, पर सब तो पहला अपडेटेड खबर जिहड़ी है और सब तो वड्डी खबर मन्नी जा रही है वो है कि फोरेंसिक टीम दे वल्लों जिस तरीके नाल दिल्ली पुलिस नूं फोटोआं जारी कर दित्तियां गईयां ने, फोटोआं दी एक लिस्ट फड़ाई गई है, उस दे विच बहुत सारे 200 दे करीब कहे जा रहे ने, उस तो उपर हो सकदे ने लोग जिन्हां दीयां फोटोआं ते वीडियो वायरल करके हवाला दित्ता जा रहा कि इह ओह लोकां दी लिस्ट है जिहड़े कि लाल किले वाली घटना दे विच मौजूद सन ते हुण गिरफ्तारियां जिहड़ियां ने ओह होर भी होणगीਆਂ। की है पूरी खबर की है ते अगे की सिचुएशन बनती नजर आ रही है? देखो दो गल्लां अलग-अलग करनियां चाहिदियां। एक ते गल कि लाल किले च पहुंचना किवें क्राइम हैगा। लाल किला पूरे देश दा आ कि उत्थे कोई बैन आ जाना जां उत्थे ते पहिलां ते लाइट एंड साउंड शो भी हुंदे सीगे। कोई जे इहो जी गल कताही होई भी आ ते ओह एक माइनर अफेंस आ, ओहदे च एडा वड्डा कौम नूं खतरा जां लोकां दे उत्ते UAPA जिवें मैनूं पता लगदा कि इंदरजीत सिंह निक्कू दे उत्ते भी ਜਿਹੜੇ ਇੱਕ ਸਿੰਗਰ ਹੈਗੇ ਆ UAPA ਲਾ ਦਿੱਤਾ ਗਿਆ। ਇਹ UAPA ਦਾ ਲੱਗਣ ਦਾ ਮਤਲਬ ਕਿ ਜੇਲ੍ਹ 'ਚ ਸੜਨਾ, 8-8 ਸਾਲ ਤੋਂ ਲੋਕ ਸੜ ਰਹੇ ਆ, 6 ਮਹੀਨੇ ਤੱਕ 180 ਦਿਨ ਤੱਕ ਤੁਹਾਡੀ ਕੋਈ ਦਲੀਲ ਅਪੀਲ ਨਹੀਂ, ਫੜ ਕੇ ਉਂਝ ਹੀ ਬਿਨਾਂ ਤੁਹਾਨੂੰ ਕਿਤੇ ਪੇਸ਼ ਕੀਤੇ ਅੰਦਰ ਸੁੱਟ ਸਕਦੇ ਆ। ਉਦੋਂ ਬਾਅਦ 6 ਮਹੀਨਿਆਂ ਬਾਅਦ ਫਿਰ ਤੁਹਾਡਾ ਕੇਸ ਰੈਫਰ ਕੀਤਾ ਜਾਊਗਾ, ਹੀਅਰਿੰਗ ਹੋਊਗੀ, ਉਦੋਂ ਬਾਅਦ ਫਿਰ ਤੁਸੀਂ ਅੰਦਰ ਪਏ ਰਹਿ ਸਕਦੇ ਹੋ। ਉਹ ਬਹੁਤ ਹੀ ਡਰੈਕੋਨੀਅਨ ਲਾਅ ਆ, ਜਿਸ ਤਰ੍ਹਾਂ ਕਿ ਪਹਿਲਾਂ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਮੀਸਾ ਹੁੰਦਾ ਸੀ ਜਾਂ ਟਾਡਾ ਹੁੰਦਾ ਸੀ, ਉਦੋਂ ਬਾਅਦ ਉਹਨਾਂ ਦਾ ਨਿਚੋੜ ਕੱਢ ਕੇ ਉਹਨੂੰ ਹੋਰ ਤਿੱਖਾ ਕਰਕੇ ਉਹਦੀਆਂ ਹੋਰ ਘਿਨਾਉਣਾ ਰੂਪ ਜਿਹੜਾ ਇਹ ਹੁਣ UAPA ਲੈ ਕੇ ਆਏ ਆ ਤੇ ਉਸ ਦੇ ਤਹਿਤ ਇਹ ਕੇਸ ਲਾਏ ਜਾ ਰਹੇ ਆ। ਇਹ ਛੋਟੀ ਗੱਲ ਨਹੀਂ ਹੈਗੀ। ਇਹਦਾ ਮਤਲਬ ਕਿ ਇੱਕ ਪਾਸੇ ਤੇ ਨੌਜਵਾਨਾਂ ਨੂੰ ਡਰਾਉਣਾ ਔਰ ਦੂਜੇ ਪਾਸੇ ਇਹਨਾਂ ਲੋਕਾਂ ਨੂੰ ਹਰਾਸ ਕਰਕੇ, ਜਿਵੇਂ ਕਹਿੰਦੇ ਆ ਨਾ ਕਿ ਜੇ ਕਾਵਾਂ ਨੂੰ ਡਰਾਉਣਾ ਵੇਖ ਕਾਂ ਮਾਰ ਕੇ ਟੰਗ ਦੇਈਦਾ, ਉਸੇ ਕਿਸਮ ਦਾ ਕਿ ਇਹਨਾਂ ਲੋਕਾਂ ਨੂੰ ਭਾਵੇਂ ਸੱਚੇ ਆ ਭਾਵੇਂ ਝੂਠੇ ਆ ਫਸਾਓ ਤਾਂ ਕਿ ਬਾਕੀ ਦਿਆਂ ਨੂੰ ਸਬਕ ਮਿਲ ਜੇ। ਇਹ ਅੱਜ ਸਾਡੀਆਂ ਕੁਝ ਵਕੀਲਾਂ ਨਾਲ ਗੱਲਾਂ ਬਾਤਾਂ ਹੋਈਆਂ ਜਿਹੜੇ ਸਿਆਣੇ ਲੋਕ ਕਹਿੰਦੇ ਆ ਕਿ ਦੇਖੋ ਜੇ ਉੱਥੇ ਨਿਸ਼ਾਨ ਸਾਹਿਬ ਜਿਹੜਾ ਸਾਡਾ ਸਿੱਖੀ ਦਾ ਸਿੰਬਲ ਹੈਗਾ ਉੱਥੇ ਲਾ ਦਿੱਤਾ ਤੇ ਕਿਸੇ ਦੀ ਕੋਈ ਬੇਅਦਬੀ ਨਹੀਂ ਹੋਈ। ਪਹਿਲਾਂ ਉੱਥੇ ਤਿਰੰਗਾ ਲੱਗਾ ਸੀ 26 ਜਨਵਰੀ ਨੂੰ, ਫਿਰ ਉੱਥੇ ਇਹ ਲੱਗ ਗਿਆ ਤੇ ਇਹ ਤੇ 26 ਜਨਵਰੀ ਦੀ ਪਰੇਡ ਵਿੱਚ ਵੀ ਲੱਗਾ ਹੋਇਆ ਸੀ। ਇਹੀ ਸਿੰਬਲ 26 ਜਨਵਰੀ ਦੀ ਜਿਹੜੀ ਪਰੇਡ ਆ ਜਿੱਥੇ
ਪ੍ਰਧਾਨ ਮੰਤਰੀ ਸਲਾਮੀ ਲੈਂਦੇ ਆ ਜਾਂ ਰਾਸ਼ਟਰਪਤੀ ਸਲਾਮੀ ਲੈਂਦੇ ਆ, ਉੱਥੇ ਵੀ ਇਹ ਲੱਗਾ, ਝਾਕੀਆਂ ਦੇ ਉੱਤੇ ਲੱਗਾ ਸੀ। ਇਸ ਕਰਕੇ ਉਹ ਉੱਥੇ ਜਾਣਾ ਅੰਦਰ ਅਫੈਂਸ ਕਿਵੇਂ ਆ, ਇਸ ਗੱਲ ਦੀ ਸਾਰੀ ਤਹਿਕੀਕਾਤ ਹੋਣੀ ਚਾਹੀਦੀ ਹੈ ਕਿ ਕਿਹਨੇ ਗੇਟ ਖੋਲਿਆ, ਕਿਹਨੇ ਗੇਟ ਖੋਲਿਆ, ਕਿਵੇਂ ਗਏ। ਪ੍ਰੋਫੈਸਰ ਸਾਹਿਬ ਕਾਲ ਵੀ ਅਟੈਂਡ ਕਰ ਲਈਏ, ਪ੍ਰੋਫੈਸਰ ਸਾਹਿਬ ਆਪਾਂ ਨਾਲ ਕਾਲ ਵੀ ਅਟੈਂਡ ਕਰ ਲਈਏ, ਫਿਰ ਆਪਾਂ ਗੱਲ ਵੀ ਪੂਰੀ ਕਰਦੇ ਹਾਂ। ਆਪਣੇ ਕਾਲਰਸ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਤੁਸੀਂ ਇਸ ਟਾਈਮ ਚੈਨਲ ਪੰਜਾਬੀ ਦੇ ਦ ਮਾਰਨਿੰਗ ਸ਼ੋਅ ਦੇ ਵਿੱਚ ਲਾਈਵ ਹੋ ਸਰ, ਕੀ ਕਹਿਣਾ ਚਾਹੋਗੇ ਜੀ? ਆਪਣੀ ਗੱਲ ਰੱਖ ਸਕਦੇ ਹੋ। ਇੱਕ ਸੈਕਿੰਡ ਜੀ। ਪਿੱਛੋਂ ਟੀਵੀ ਦੀ ਜਿਹੜੀ ਆਵਾਜ਼ ਹੈ ਉਹ ਆਪਣੀ ਬੰਦ ਕਰੋ, ਫਿਰ ਤੁਹਾਡੀ ਆਵਾਜ਼ ਕਲੀਅਰ ਆਏਗੀ। ਹਾਂਜੀ, ਗੱਲ ਇਹੀ ਹੈ ਜਿਹੜਾ ਟੌਪਿਕ ਚੱਲ ਰਿਹਾ, ਇਹ ਜਿੱਥੋਂ ਤੱਕ ਹਰੇਕ ਬੰਦੇ ਦੀ ਸਮਝ ਆ, ਜੋ ਜਿਸ ਤਰ੍ਹਾਂ ਉਹਨੂੰ ਦੀਦਾ ਉਸ ਤਰ੍ਹਾਂ ਉਹਦੀ ਸੂਝ ਆ। ਮੇਰੇ ਹਿਸਾਬ ਨਾਲ ਇਸ ਵੇਲੇ ਹਰੇਕ ਚੀਜ਼ ਜਿਹੜੀ ਆ ਇਹ ਇੱਕ ਸਿੱਖਾਂ ਦੇ ਖਿਲਾਫ ਸਾਜ਼ਿਸ਼ ਰਚੀ ਗਈ ਆ। ਜਿੱਥੋਂ ਤੱਕ ਜੋ ਕੁਝ ਵੀ ਹੁਣ ਤੱਕ ਹੋਇਆ, ਕਿਸਾਨਾਂ ਦੀ ਜਿਹੜੀ ਚੱਲ ਰਹੀ ਹੈ ਸੰਘਰਸ਼, ਉਹਦੇ ਵਿੱਚ ਵੀ ਅਗਰ ਦੇਖਿਆ ਜਾਏ ਤਾਂ ਉਹਨੂੰ ਹੁਣ ਤੱਕ ਜਿੰਨਾ ਲੰਬਾ ਕੀਤਾ ਔਰ ਉਸ ਸੰਘਰਸ਼ ਦਾ ਲੰਬਾ ਹੋਣ ਦਾ ਜਿਹੜਾ ਰੀਜ਼ਨ ਹੁੰਦੇ ਆ ਕਿਸੇ ਵੀ ਚੀਜ਼ ਨੂੰ ਖਤਮ ਕਰਨ ਵਾਸਤੇ, ਉਹਨੂੰ ਜਿੰਨਾ ਲੰਬਾ ਕਰ ਲਓ ਉਨਾ ਹੀ ਇੱਕ ਤਾਂ ਇਹ ਪਾਲਿਸੀ ਹੁੰਦੀ ਆ ਕਿਸੇ ਕੇਸ ਨੂੰ ਖਤਮ ਕਰਨ ਲਈ ਜੀ। ਦੂਜਾ ਹੁੰਦਾ ਵੀ ਜਿਸ ਵੇਲੇ ਉਸ ਲੰਬਾਈ ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਸਿਰ ਤੇ ਦੋਸ਼ ਮੱਥਣਾ, ਉਹ ਇਹਨਾਂ ਨੇ ਹਰੇਕ ਤਰ੍ਹਾਂ ਦੇ ਦੋਸ਼ ਲਾਉਣ ਦੇ ਜਿਹੜੇ ਤਰੀਕੇ ਸੀਗੇ ਉਹ ਵਰਤ ਲਏ ਜੀ। ਬਿਲਕੁਲ ਹਾਂ ਸਰ, ਬਿਲਕੁਲ ਸਰ, ਅਸੀਂ ਲਗਾਤਾਰ ਇਸ ਮੁੱਦੇ ਦੇ ਉੱਤੇ ਜੀ ਸਰ, ਅਸੀਂ ਲਗਾਤਾਰ ਥੋੜਾ ਜਿਹਾ ਜੀ ਕਾਮਯਾਬ ਹੋਏ ਆ, ਪਰ ਉਹ ਵੀ ਇਹਨਾਂ ਨੇ ਸੰਭਾਲ ਲਿਆ। ਜਿਹੜਾ ਹੁਣ ਪਾਕਿਸਤਾਨ ਵਾਸਤੇ ਜਿਹੜਾ ਜੱਥਾ ਰੋਕਿਆ ਗਿਆ, ਉਹਦੇ ਵਿੱਚ ਮੈਨੂੰ ਦੱਸੋ ਵੀ ਕੀ ਰੁਕਾਵਟ ਸੀ ਜਾਂ ਕੀ ਉਹ ਕਿਹੜੇ ਮੁਲਕ ਦੇ ਉਹ ਬੰਦੇ ਸੀ ਜਿਨ੍ਹਾਂ ਨੂੰ ਉਹਨਾਂ ਤੇ ਇਹ ਇਲਜ਼ਾਮ ਲਾਏ ਆ। ਕਰੋਨਾ ਜਿਹੜਾ ਉਹਨੂੰ ਉਸ ਨੂੰ ਮੋਦੀ ਨੂੰ ਨਹੀਂ ਦੱਸਿਆ ਜਿਸ ਵੇਲੇ ਉਹ ਲਖਨਊ ਤੇ ਬੰਗਾਲ ਦੇ ਵਿੱਚ ਜਾ ਕੇ ਜਿਹੜੇ ਵੱਡੇ ਰੈਲੀਆਂ ਕੀਤੀਆਂ, ਬਿਲਕੁਲ ਉਸ ਵੇਲੇ ਕਰੋਨਾ ਹੈ ਨਹੀਂ ਸੀ ਜੀ। ਨਾਲੇ ਦੂਜੀ ਗੱਲ ਹੈ ਵੀ ਜਿਹੜਾ ਜਥਾ ਆ ਉਹ ਜਾਣਾ ਹੈਗਾ ਇੱਕ ਦੂਜੇ ਮੁਲਕ 'ਚ, ਆਪਣੇ ਮੁਲਕ ਚੋਂ ਦੂਜੇ 'ਚ। ਉਹ ਜੇ ਦੂਜੇ ਮੁਲਕ ਵਾਲਿਆਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਜੀ ਤੇ ਇਹਨਾਂ ਨੂੰ ਕਾਹਦਾ ਹੋ ਗਿਆ? ਬਿਲਕੁਲ ਸਰ, ਕਾਹਦੇ ਕਰਨ ਦੀ ਲੋੜ ਆ ਜੀ। ਬਿਲਕੁਲ ਤੁਸੀਂ ਆਪਣੀ ਗੱਲ ਸਹੀ ਵਾਜਿਬ ਰੱਖੀ ਹੈ ਸਰ। ਬਿਲਕੁਲ ਹੋਰ ਵੀ ਕਾਲਰਸ ਆਪਣੇ ਨਾਲ ਜੁੜਨੇ ਨੇ, ਬਹੁਤ ਸ਼ੁਕਰੀਆ ਜੀ ਆਪਣੀ ਗੱਲ ਜਿਹੜੀ ਹੈ ਉਹ ਜਾਰੀ ਰੱਖਣ ਦਾ ਜੀ। ਹਾਂਜੀ, ਮੇਰਾ ਮਤਲਬ ਇਹ ਆ ਕਿ ਇਹਨਾਂ ਜੋ ਕੁਝ ਵੀ ਇਸ ਵੇਲੇ ਹੋ ਰਿਹਾ, ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਹੈਗੀ ਆ, ਸਿੱਧੀ ਰੀਧੀ ਆ ਕਿ ਉਹਨਾਂ ਨੇ ਸਿੱਖਾਂ ਦੇ ਖਿਲਾਫ ਇਸ ਵੇਲੇ ਜੋ ਕੁਝ ਕਰ ਰਹੇ ਆ ਉਹ ਟੋਟਲੀ ਸਿੱਖਾਂ ਨੂੰ ਖਤਮ ਕਰਨ ਵਾਸਤੇ ਕਰ ਰਹੇ ਆ। ਔਰ ਸਿੱਖ ਖਤਮ ਨਹੀਂ ਹੋਏ ਕਦੇ ਵੀ, ਨਾ ਅਬਦਾਲੀ ਦੇ ਟਾਈਮ ਤੇ ਤੇ ਨਾ ਕਿਸੇ ਹੋਰ ਟਾਈਮ ਤੇ ਜੀ ਸਰ। ਏਦਾਂ ਹੀ ਰਹਿਣੇ ਆ, ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹਨਾਂ ਨੂੰ ਸਿਰਫ ਆਪਣੇ ਬੰਦੇ ਕਰ ਸਕਦੇ ਆ, ਦੂਜਾ ਨਹੀਂ ਕਰ ਸਕਦਾ। ਬਿਲਕੁਲ ਸਰ, ਬਹੁਤ ਸ਼ੁਕਰੀਆ ਆਪਣੀ ਗੱਲ ਰੱਖਣ ਲਈ, ਬਹੁਤ ਸ਼ੁਕਰੀਆ ਜੀ। ਜੀ ਪ੍ਰੋਫੈਸਰ ਮਨਜੀਤ, ਤੁਸੀਂ ਆਪਣੀ ਗੱਲ ਕਰ ਸਕਦੇ ਹੋ ਪੂਰੀ ਜੀ। ਮੈਂ ਕਹੂੰਗਾ ਕਿ ਮੈਨੂੰ ਇੱਕ ਵਾਰੀ ਜੇ ਗੱਲ 5 ਮਿੰਟ 2 ਮਿੰਟ ਖਤਮ ਕਰਤੀ ਜਾਏ, ਫਿਰ ਜਿੰਨੇ ਮਰਜ਼ੀ ਕਾਲਰ ਤੁਸੀਂ ਲਿਓ, ਨਹੀਂ ਤੇ ਗੱਲ ਦਾ ਕੋਈ ਸਿਰੇ ਨਹੀਂ ਲੱਗੂਗੀ ਜੀ ਜੀ ਜੀ। ਇਹ ਜਿਸ ਤਰ੍ਹਾਂ ਇਹਨਾਂ ਨੇ ਹੁਣੇ ਸਾਡੇ ਕਾਲਰ ਨੇ ਗੱਲ ਕਹੀ ਹੈ ਕਿ ਦੋ ਗੱਲਾਂ ਅਲੱਗ-ਅਲੱਗ ਰੱਖਣੀਆਂ ਚਾਹੀਦੀਆਂ। ਜਿੱਥੋਂ ਤੱਕ ਨਨਕਾਣਾ ਸਾਹਿਬ ਜਾਣਾ ਸੀਗਾ, ਇਹ ਸ਼ਤਾਬਦੀ ਹੈਗੀ ਹੈ, ਨਨਕਾਣਾ ਸਾਹਿਬ ਦੇ ਸਾਕਾ ਹੈਗਾ ਜਿਹੜਾ, ਉੱਥੇ ਉਸਦੇ ਜਾਣਾ 800 ਬੰਦਿਆਂ ਨੇ ਕਰੀਬ ਜਾਣਾ ਸੀ। ਉੱਥੇ ਇਜਾਜ਼ਤ ਇਸ ਬਹਾਨੇ ਨਾ ਦੇਣਾ ਕਿ ਕਰੋਨਾ ਹੈਗਾ ਜਾਂ ਉੱਥੇ ਸਿਕਿਉਰਿਟੀ ਦਾ ਕੋਈ ਖਤਰਾ ਹੈਗਾ, ਇਹ ਬਿਲਕੁਲ ਨਜਾਇਜ਼ ਹੈਗਾ, ਇਹਦੇ ਚ ਕੋਈ ਦੋ ਰਾਏ ਨਹੀਂ। ਪਰ ਜਿੱਥੋਂ ਤੱਕ ਕਿਸਾਨਾਂ ਦੀ ਮੂਵਮੈਂਟ ਦਾ, ਉਹ ਸਿੱਖੀ ਦਾ ਸਵਾਲ ਨਹੀਂ ਹੈਗਾ, ਉਹ ਕਿਸਾਨ ਗਏ ਆ, ਉਹਦੇ ਚ ਹਿੰਦੂ ਵੀ ਗਏ ਆ, ਸਿੱਖ ਵੀ ਗਏ ਆ। ਅਸਲ 'ਚ ਸਰਕਾਰ ਚਾਹੁੰਦੀ ਆ ਕਿ ਉਹਨੂੰ ਸਿੱਖੀ ਦਾ ਮਾਮਲਾ ਬਣਾ ਦਿੱਤਾ ਜਾਵੇ ਔਰ ਬਾਕੀ ਦਿਆਂ ਨਾਲੋਂ ਅਲੱਗ ਥਲੱਗ ਕਰਕੇ, ਬਾਕੀ ਦੇਸ਼ ਨਾਲੋਂ ਅਲੱਗ ਥਲੱਗ ਕਰਕੇ ਫਿਰ ਇਹਨਾਂ ਨੂੰ ਘੇਰ ਕੇ ਕੁੱਟ-ਕੱਟ ਕੇ ਵਾਪਸ ਭੇਜਿਆ ਜਾਏ। ਮੇਰਾ ਖਿਆਲ ਹੈ ਕਿ ਸਾਨੂੰ
किसान मोर्चे नूं सिੱਖੀ ਦਾ रूप नहीं देना चाहिए। हालांकि सिख उत्थे हैगे आ पर वो सिख मामला नहीं है, सिख इशू नहीं हैगा। बिल्कुल बिल्कुल तीन किसान बिल्कुल किसानी ये सानू किसी भी तरीके नाल सूट नहीं करूगा कि जे असीं उसनूं सिੱਖੀ रूप दईए। हालांकि देखो ਸਿੰਘੂ बार्डर दे उत्ते सिੱਖੀ दा काफी प्रभाव हैगा, उत्थे शाम नूं ਰਹਿ ਰਾਸ ਦਾ पाठ भी हुंदा, पर उत्थे मैं ऐतकी देखिया बड़ा चंगा लगा कि उत्थे गायत्री मंत्र जां हिंदू ਜਿਹੜੇ ਸਾਰੇ ਜਿਹੜਾ ਉਹਨਾਂ ਦੇ ਧਾਰਮਿਕ ਕੋਈ ਵੀ ਜਿਹੜੀ ਸੰਸਕਰਨ ਆ ਉਹ ਸਾਰੇ ਉੱਥੇ ਕੀਤੇ ਜਾਂਦੇ ਆ ਤੇ ਸ਼ਾਮ ਨੂੰ ਉਸ ਕਿਸਮ ਦੇ ਸ਼ਲੋਕ ਵੀ ਪੜੇ ਜਾਂਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਸਿੱਖੀ ਦਾ ਕਬਜ਼ਾ ਹੋ ਗਿਆ ਔਰ ਹਿੰਦੂ ਜਿਹੜੇ ਇਹਦੇ ਤੋਂ ਬਾਹਰ ਆ। ਜੇ ਕੋਈ ਹੋਰ ਕਵੇ ਕਿ ਸਾਡੇ ਬੁੱਧਿਸਟ ਵੀ ਕਰਨਾ ਉੱਥੇ ਅਲਾਉਡ ਆ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਕਿਸੇ ਨੇ ਨਮਾਜ਼ ਵੀ ਪੜ੍ਹਨੀ ਆ ਉੱਥੇ ਅਲਾਉਡ ਆ, ਕਿਉਂਕਿ ਮੁਸਲਮਾਨ ਵੀ ਲਗਾਤਾਰ ਮਲੇਰਕੋਟਲੇ ਵਾਲੇ ਦਿੱਲੀ ਵਾਲੇ ਉੱਥੇ ਜਾ ਕੇ ਆਪਣਾ ਲੰਗਰ ਲਾ ਰਹੇ ਆ। ਇਹ ਸਰਵ ਧਰਮ ਆ, ਜਿਹੜਾ ਅਸਲੀ ਮਾਨਿਆ ਚ ਗੁਰੂ ਨਾਨਕ ਦੇਵ ਜੀ ਸਾਨੂੰ ਰਾਹ ਦੱਸ ਕੇ ਗਏ ਆ कि असी सर्व धर्म का सत्कार करने वाले हाँ। इस करके वो मोर्चे नूं आपां मेरी बड़ी गुजारिश है हाथ जोड़ के कि बिल्कुल सिੱਖੀ का रूप नहीं देना चाहिए, क्योंकि सरकार चाहती है और यही कोशिश उन्होंने लाल किले ते लिजा के करने की कोशिश की जिहदे विच सानूं नुकसान भी होया, अज भी उहदा नुकसान असीं महसूस कर रहे हैं और एक खतरा भी पैदा होया कि असीं हरियाणे तो अगे बैठे हुए हाँ। जे इसनूं सिੱਖੀ ते नॉन सिख का मामला उदण बना दिता जांदा, जिहड़ी बड़ी कोशिश की गई, प्रधानमंत्री वालों भी कोशिश की गई, सरकार वालों भी कोशिश की गई कह के कि तिरंगे की बेअदबी हुई है, तो सारे देश के खासकर हिंदू जिहड़े जनता आ उन्हां दीआं भावनावां नूं ठेस पहुंची इस गल दी। अगर ये सच्चाई हुंदी वो तो छेती पता लग गया कि ये सच्चाई नहीं है, तो फिर जो 84 वाला हालात है फिर दोबारा हो सकता है कि असीं चाहुंदे हां कि सानूं कुट पवे, साडे किसी भी बंदे नूं इस तरह दा होवे, वो सानूं बिल्कुल ध्यान रखना चाहिए। मैं अगली गल जिहड़ी तुसीं सवाल खड़ा कीता वो ये करनी चाहुंदा आ कि जो भी फोटोआं दित्तियां उहदे बारे कोई भी सच्चाई है नहीं, किन्नियां है वो तहकीकात करके पता लग जाऊगा। पहली गल कि जिहड़ी फोरेंसिक लैब आ ये गुजरात दी क्यों लभी गई, खास करके की गल हैगी है जिस किस्म ना देश दे विच सरकार दे उत्ते बेभरोसगी आ, जिस किस्म ना गलत बयानबाजी लगातार पुठी सीधी जिहड़ी आ कि कानूनां च की गलत है, अज भी प्रधानमंत्री कहंदे, इहदा मतलब वो अपनी हैंकड़ ते अपनी जिहड़ी जिद दे उत्ते बैठे होए आ ते ओहदे नाल ही गल्लां जुड़ के बाकी दे नतीजे भी सानूं पढ़ने चाहीदे आ। हुण जिस तरह रुलदू सिंह दा नाम तुसीं लिया आ, रुलदू सिंह मानसा जिहड़े ट्रेड यूनियन दे बहुत किसान यूनियन दे बड़े पुराने लीडर, मैं उन्हां नूं निजी तौर ते भी जाणदा, ओह लोकी पछाणदे होणगे जिहड़े खुंडे वाले हैगे आ। ਉਹ ਜਿਹੜੇ ਬਜ਼ੁਰਗ ਲੀਡਰ ਆ ਉਹ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਉਧਰ ਨੂੰ ਗਏ ਆ, ਉਹਨਾਂ ਨੂੰ ਤੁਸੀਂ ਉਸ ਪਾਸੇ ਜਾਣਦਾ ਉਹ ਤੇ ਰਿੰਗ ਰੋਡ ਵੱਲ ਨੂੰ ਵੀ ਨਹੀਂ ਗਏ, ਤੁਸੀਂ ਉਹਨਾਂ ਦਾ ਕਿਵੇਂ ਉੱਥੇ ਕਿਹੜੀ ਲੈਬ ਦੇ ਵਿੱਚ ਟੈਸਟ ਕਰਕੇ ਦਿੱਤਾ। ਇਸੇ ਤਰੀਕੇ ਨਾਲ ਅੱਜ ऑनलाइन साडी कन्वर्सेशन इंदरजीत निक्कू दे नाल होई आ, उन्हें साफ टीवी दे उत्ते आके कहा आ कि देखो मैं तो उधर गया ही नहीं, बिल्कुल वो भी नहीं सी, बिल्कुल उस जिथों यू टर्न लैनी सी उहदे तो थोड़ा अगे एक बारी गए जरूर हैगे आ, पर असी अगले यू टर्न तो वापस आ गए जिथे जिथे असी रिंग रोड तक भी नहीं पहुंचे ते सानू ये कहना कि तुसी लाल किले पहुंच गए आ, असी ते अजे 11-11:30 बजे ते अजे असी उत्थे शुरू होए आ ते उत्थे 12 बजे तक ते कहंदे सानू राह च फोन आउण लग पे, असीं अद्धे घंटे च किवें लाल किले च पहुंच गए। ते इस करके वैसे बिल्कुल फारस हैगा, झूठ हैगा, फैब्रिकेटेड हैगा, लोकां नूं फसाउण दा, डराउण दा और इस मूवमेंट नूं कमजोर करन दा एक तौर तरीका जिहड़ा बनाया है। ये मैनूं लगदा कि काफ़ी इस गल दे उत्ते आउण वाले समय च चर्चा होगी, बहुत सारे बंदे इस तरह नजायज फड़े गए होणगे। हुण रिहा सवाल भी इहदा हल की होवे, मेरा ख्याल है कि श्रोमणी गुरुद्वारा प्रबंधक कमेटी जिवें सरसा होणी हैगे मनजिंदर सिंह सरसा वो काफ़ी उत्थे इस गल दी मदद कर रहे आ, किसानां दी भी वकीलां दीयां टीम हैगियां, किसान लीडर खुद कई वकील हैगे आ जिस तरह किरणजीत सिंह सेखों और पंगू साहब प्रेम सिंह पंगू उन्होंने भी अपना एक लीगल सैल बनाया, होर भी बहुत सारे जिहड़े वीर हैगे आ वो इस गल ते कर रहे आ, मदद कर रहे आ ते ये सारे समुचे किसानां दी किसान लीडरां ने भी अज कहा कि असीं कोई इहदे च भिन्न भेद नहीं रखांगे कि ਇਹ ਜਿਹੜਾ लाल किले ते पहुंचा ਜਾਂ आ नहीं पहुंचा। शुरू च रिएक्शन जरूर होया सी किसान लीडरां ਵੱਲੋਂ क्योंकि वो एडा वड्डा खतरा सी, खुद किसान लीडर इस गल ते पै पीत हो गए सी कि जे कुछ हो गया ते असीं की करांगे, असीं बचा नहीं सकदे, जे कोई वायलेंस हो जाए वड्डे पੱਧਰ ते हो जाए, सिੱਖੀ ते नॉन सिੱਖੀ दा मामला बन जाए तो फिर असीं इस जगह ते बैठे सी, एडी वड्डी गिणती च बैठे सी, बहुत मुश्किल सी कि उस घबराहट विच उन्होंने कहा सी कि साडा जिहड़े उत्थे लोग गए आ साडा उन्हां नाल कोई लेना देना नहीं है, पर बाद विच उन्होंने उस गल दा रिवाइज भी कीता, रिव्यू भी कीता ते अज दी तरीक दे विच वो लीडर साहबान कहिंदे आ कि
ਜਿਹੜੇ ਵੀ ਨਜਾਇਜ਼ ਕਿਸੇ ਵੀ ਤਰੀਕੇ ਨਾਲ ਕੋਈ ਧੱਕਾ ਹੋਊਗਾ ਉਸ ਦੇ ਹੱਕ ਵਿੱਚ ਕਿਸਾਨ ਲੀਡਰ ਕਿਸਾਨ ਮੂਵਮੈਂਟ ਖੜੀ ਹੋਊਗੀ। ਇਹੋ ਜੀ ਕੋਈ ਇਸ ਗੱਲ ਦੀ ਸਾਨੂੰ ਕੋਈ ਗਰੇਜ ਨਹੀਂ ਹੈਗਾ। ਅੱਗੇ 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 ਸ਼ਹਿਰੀ ਜਿਹੜਾ ਹੋਰ ਕੋਈ ਮਾਮਲਾ ਹੈ ਤਾਂ ਮੈਂ ਆਪਾਂ जी बिल्कुल, मैं अपने कॉलर्स ਨੂੰ ਵੀ ਇਹ ਕਹਿਣਾ ਚਾਹਾਂਗੀ ਜਿਹੜੇ ਲੋਕ ਸਾਨੂੰ ਕਾਲ ਕਰਨਾ ਚਾਹੁੰਦੇ ਆ। ਮੈਂ ਸ਼ਾਇਦ ਕੁਝ ਕਾਲਸ ਪ੍ਰੋਫੈਸਰ ਸਾਹਿਬ ਦੀ ਗੱਲ ਵੀ ਵਿੱਚ ਕੰਪਲੀਟ ਮੈਂ ਕਰ ਰਹੀ ਸੀਗੀ ਤੇ ਇਸ ਲਈ ਮੈਂ ਕਾਲਸ ਨਹੀਂ ਪਿਕ ਕਰ ਪਾਈ, ਪਰ ਤੁਸੀਂ ਕਾਲਸ ਕਰ ਸਕਦੇ ਹੋ। ਔਰ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਘੱਟ ਸ਼ਬਦਾਂ ਦੇ ਵਿੱਚ ਜਿਹੜੀ ਮੁਕੰਮਲ ਗੱਲ ਹੈ ਆਪਣੀ ਉਹ ਰੱਖੋ। ਆਪਾਂ ਸਾਰੇ ਜਾਣਦੇ ਹਾਂ ਕਿ ਇਸ ਮੁੱਦੇ ਨੂੰ ਲੈ ਕੇ ਅਸੀਂ ਬਹੁਤ ਭਾਵੁਕ ਹੈਗੇ ਹਾਂ, ਪਰ ਹੁਣ ਭਾਵੁਕ ਹੋ ਕੇ ਆਪਾਂ ਆਪਣੀ ਗੱਲ ਨੂੰ ਨਹੀਂ, ਹੁਣ ਆਪਾਂ ਸਮਝਦਾਰੀ ਦੇ ਨਾਲ ਜਿਹੜਾ ਸਟੀਕ ਪੁਆਇੰਟ ਹੈ, ਮੁੱਦੇ ਤੁਹਾਡੇ ਸਾਹਮਣੇ ਨੇ ਤਿੰਨੋਂ ਮੈਂ ਦੱਸ ਚੁੱਕੀ ਹੋਈ ਹਾਂ, ਆਪਾਂ ਉਹਨਾਂ ਦੇ ਉੱਤੇ ਪ੍ਰੋਪਰ ਜਿਹੜੀ ਹੈ ਗੱਲ ਕਰੀਏ ਔਰ ਬਹੁਤ ਘੱਟ ਸ਼ਬਦਾਂ ਦੇ ਵਿੱਚ, क्योंकि नाल आपां होर भी मुद्दों के उत्ते गल जिहड़ी है वो करनी है। प्रोफैसर साहब तुहानूं मैं ये पुछना चाहनी हाँ कि हुण हाल दी घड़ी जिस तरीके नाल रेल रोको अंदोलन होया, प्रोफैसर साहब इस तो पहले कॉल अटेंड कर लिए, कॉलर्स अपने नाल जुड़ रहे ने। जी सत श्री अकाल जी। हैलो सत श्री अकाल जी। हेलो हेलो जी सत श्री अकाल सर। मैं होना चाहता जी, गल करनी चाहना जी सर, करो जी, की कहना चाहुंदे हो? सर तुसी पिछों टीवी दी आवाज जिहड़ी अपनी ओ कटाओ ते फिर तुहानूं मेरी आवाज सुनेगी। नहीं तुहाडी आवाज नहीं मेरे तक आ रही जी। अच्छा जी ठीक है सर, तुसी दोबारा तो ट्राई करो जी, आपां दोबारा गल करदे, तुसी फिर तो ट्राई कर लेना कॉल जी। हां जी सत श्री अकाल जी। हेलो बेटे सत श्री अकाल जी सर। सत श्री अकाल जी। हाँ मोनो प्रोफेसर मनजीत सिंह नूं ते बेटे नूं सत श्री अकाल जी। बिल्कुल ये ना ਜਿਹੜਾ ਮਸਲਾ ਵਾ ਇਹਨਾਂ ਨੇ ਗਵਰਨਮੈਂਟ ਨੇ ਵਧਾਤਾ ਹੈ, ਇੰਨਾ ਵੱਡਾ ਹੈ ਹੀ ਨਹੀਂ ਸੀਗਾ। ਜਿਹੜਾ ਲਾਲ ਕਿਲਾ ਕਰੀ ਜਾਣਾ ਨਾ, ਉਹ ਕਿਸਾਨ ਉਦੋਂ ਨੂੰ ਬਦਨਾਮ ਕਰਨ ਵਾਲੀ ਗੱਲ ਹੋ ਗਈ। ਹਾਂ ਹੋਰ ਕੋਈ ਵੱਡਾ ਚੱਕਰ ਨਹੀਂ ਹੈਗਾ। ਇੱਕ ਸਿੱਖਾਂ ਨੂੰ ਤਾਂ ਵੈਸੇ ਹੀ ਨਹੀਂ ਇਹ ਚੰਗਾ ਸਮਝਦੇ। ਕਰਾਚੀ 'ਚ ਵੀ ਕਿਹੜਾ ਕਿਸੇ ਸਾਰੇ ਸਿੱਖਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਸੀ ਬੇਟੇ, ਤੇ ਜਾਣ ਬੁੱਝ ਕੇ ਸਿੱਖਾਂ ਦੇ ਉੱਤੇ ਸਾਰਾ ਅਤਿਆਚਾਰ ਉਦੋਂ ਕੀਤਾ ਗਿਆ ਸੀ, ਅਤਿਆਚਾਰ ਹੁਣ ਇਹ ਕਰ ਰਹੇ। थैंक यू बेटे जी सर, शुक्रिया जी, बहुत बहुत शुक्रिया जी। प्रोफेसर साहब कॉलर्स अपने नाल जी अपनी गल खैर रख रहे ने। हाँ जी प्लीज। हाँ मैं थोड़ा जिहा शहरी एक गल होर ऐड करनी चाहुंदा। इत्थे ना एक लीगल एक्सपर्टीज भी साडे कोल आई सीगी इस तरीके नाल। नंबर 1 कि तुसी सारियां दियां पिक्चर्स जड़ियां छाया कर देना, ये अपने आप च इलीगल कानून एक्ट हैगा। ਹੁਣ ਜਿਹੜੇ ਬੰਦਿਆਂ ਦੇ ਅਜੇ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਆ, ਫਿਰ ਚਲਾਨ ਪੇਸ਼ ਹੁੰਦੇ ਆ, ਫਿਰ ਉੱਥੇ ਮੁਕੱਦਮਾ ਚੱਲਦਾ, ਉਦੋਂ ਤੱਕ ਤੁਸੀਂ ਐਵੇਂ ਕਿਸੇ ਦੀ ਬਿਨਾਂ ਇਨਵੈਸਟੀਗੇਸ਼ਨ ਤੇ ਕਿਸੇ ਦੇ ਸਿੰਪਲੀ ਆਪਣੀ ਵੱਲੋਂ ਚਾਰਜਸ ਲਾ ਕੇ ਤੁਸੀਂ ਦੁਨੀਆ ਭਰ ਦੇ ਵਿੱਚ ਕਿਸੇ ਦੀਆਂ ਫੋਟੋ ਪਾ ਦਿਓ ਤੇ ਕੱਲ ਨੂੰ ਜਦੋਂ ਉਹ ਨਾ ਨਿਕਲੇ, ਕੋਈ ਉਹੋ ਜਿਹਾ ਸੱਚ ਨਾ ਨਿਕਲੇ, ਤੇ ਫਿਰ ਉਹਨਾਂ ਦਾ ਮਾਨਹਾਨੀ ਦਾ ਮੁਕੱਦਮਾ ਤੇ ਸਰਕਾਰ ਨੂੰ ਫੇਸ ਕਰਨਾ ਹੀ ਪਊਗਾ। ਪੁਲਿਸ ਨੂੰ ਵੀ ਅਮਿਤ ਸ਼ਾਹ ਵੀ ਹੁਣ ਜਾ ਕੇ ਉੱਥੇ ਸ਼ਾਇਦ 22 ਤਰੀਕ ਨੂੰ ਭੁਗਤਣਗੇ ਜਾ ਕੇ ਵੈਸਟ ਬੰਗਾਲ ਦੇ ਵਿੱਚ। ਉਹਨਾਂ ਨੇ ਮਾਨਹਾਨੀ ਦਾ ਜਿਹੜਾ ਮੁਕੱਦਮਾ ਇਹਨਾਂ ਦੇ ਉੱਤੇ ਪਾਇਆ, ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਜ਼ਰੂਰ ਕਰਕੇ ਆਏ ਹੋਣਗੇ ਉੱਥੇ, ਕਿਉਂਕਿ ਉੱਥੇ ਇਲੈਕਸ਼ਨਾਂ ਦਾ ਮਾਹੌਲ ਬਣਿਆ। ਇਹ ਜਿਹੜਾ ਕੰਮ ਆ ਕਿਸੇ ਦੀ ਵੀ ਪਿਕਚਰ ਨੂੰ ਸਾਰੀ ਦੁਨੀਆ 'ਚ ਘੁਮਾ ਦੇਣਾ ਬਿਨਾਂ ਇਸ ਗੱਲ ਦੇ ਕਿਸੇ ਸੋਲਿਡ ਪ੍ਰੂਫ ਦੇ, ਇੱਕ ਪਤਾ ਨਹੀਂ ਕਿੱਥੋਂ ਕਿਉਂ ਪੁਲਿਸ ਇਸ ਤਰ੍ਹਾਂ ਕੀਤੀ ਜਾ ਰਹੀ ਹੈ। ਇਹਦਾ ਕਨਕਲੂਜਨ ਇੱਕੋ ਹੀ ਬਾਰ-ਬਾਰ ਡਰਾ ਕੀਤਾ ਜਾ ਰਿਹਾ ਕਿ ਸਰਕਾਰ ਲੋਕਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਆ, ਕਾਨੂੰਨ ਸਖਤ ਲਾ ਕੇ ਕਿ ਜੇ ਤੁਸੀਂ ਹੋਰ ਇੱਥੇ ਆ ਕੇ ਜਮਾਵੜੇ 'ਚ ਸ਼ਾਮਲ ਹੋਏ ਤੇ ਅਸੀਂ ਹੁਣ ਆਪਣੇ ਤੇਵਰ ਤਿੱਖੇ ਕਰ ਚੁੱਕੇ ਆ, ਨਥਿੰਗ ਡੂਇੰਗ ਵਾਲੀ ਗੱਲ ਹੋ ਗਈ ਆ। ਇਸ ਦਾ ਕਿਸਾਨ ਵੀਰ ਵੀ ਆਪਣਾ ਸੋਚਣਗੇ ਔਰ ਉਹਨਾਂ ਨੇ ਵੀ ਆਪਣੀ ਸਟ੍ਰੈਟਜੀ ਸ਼ਹਿਰੀ ਬਣਾ ਲਈ ਹੈ। ਉਹ ਕਹਿੰਦੇ ਕਿ ਸਾਡੀ ਮੋਬਿਲਾਈਜੇਸ਼ਨ ਪੱਛਮੀ ਯੂਪੀ ਵਿੱਚ ਕਈ ਤੇ ਹੁਣ ਆਰਐਲਡੀ ਨੇ ਕਿੰਨੀਆਂ 20 ਰੈਲੀਆਂ ਹੁਣ ਤੱਕ ਕਰ ਦਿੱਤੀਆਂ। ਆਰਐਲਡੀ ਇਸੇ ਮੁੱਦੇ ਦੇ ਵਿੱਚ ਜਿਹੜੀ ਚਰਨ ਸਿੰਘ ਚੌਧਰੀ ਦੀ ਰਾਸ਼ਟਰੀ ਲੋਕ ਦਲ ਪਾਰਟੀ ਆ, ਉਹਨਾਂ ਦਾ ਜਯੰਤ ਚੌਧਰੀ ਜਿਹੜਾ ਪੋਤਾ ਆ ਚਰਨ ਸਿੰਘ ਦਾ ਤੇ ਜੀਤ ਸਿੰਘ ਦਾ ਬੇਟਾ ਹੈਗਾ, ਉਹ ਲਗਾਤਾਰ ਲੱਗਾ ਹੋਇਆ। ਜਾਨੀ ਇਹ ਮੂਵਮੈਂਟ ਪੱਛਮੀ ਯੂਪੀ 'ਚ ਵੱਡੇ ਪੱਧਰ ਤੇ ਮਜ਼ਬੂਤ ਹੋਈ ਆ। ਟਿਕਾਇਤ ਦਾ ਵੀ ਆਪਣਾ ਪ੍ਰਭਾਵ ਹੈਗਾ। ਚੜੂਨੀ ਸਾਹਿਬ ਆਪਣੇ ਹਰਿਆਣੇ ਦੇ ਵਿੱਚ ਲੱਗੇ। ਚੜੂਨੀ ਸਾਹਿਬ ਦਾ ਅੱਜ ਬਿਆਨ ਆਇਆ ਕਿ ਦੇਖੋ ਅਸੀਂ ਇਹਨਾਂ ਏਰੀਆ ਦੇ ਵਿੱਚ ਤੇ ਮਜ਼ਬੂਤ ਹੈਗੇ ਆ, ਅਸੀਂ ਹੁਣ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰਾ, ਰਾਜਸਥਾਨ, ਇਹਨਾਂ ਹੋਰਨਾਂ ਸੂਬਿਆਂ 'ਚ ਇਵਨ ਸਾਊਥ ਵਿੱਚ ਵੀ ਜਾਵਾਂਗੇ, ਉੱਥੇ ਇਹੋ ਜਿਹੀਆਂ ਮਾਂ ਪੰਚਾਇਤਾਂ ਕਰਾਂਗੇ ਤਾਂ ਕਿ ਇਹ ਆਲ ਇੰਡੀਆ ਮੂਵਮੈਂਟ ਬਣ ਕੇ ਦਿੱਲੀ ਦਾ ਹੋਰ ਨੱਕ ਵਿੱਚ ਦਮ ਹੋਵੇ। ਇਹ ਉਸ ਪਾਸੇ ਨੂੰ ਮੂਵਮੈਂਟ ਅੱਗੇ ਵਧ ਰਹੀ ਹੈ। ਜਿੰਨਾ ਵੀ ਉਸ ਨੂੰ ਲੇਟ ਕਰਨਗੇ ਮੇਰਾ ਖਿਆਲ ਹੈ ਉਹਨਾਂ ਹੀ ਸਰਕਾਰ ਦੀ ਪੁੱਠੀ ਗਿਣਤੀ ਰਾਜਨੀਤਿਕ ਤੌਰ ਦੇ ਉੱਤੇ ਸ਼ੁਰੂ ਹੋ ਜਾਊਗੀ। ਹਾਂਜੀ ਪ੍ਰੋਫੈਸਰ ਸਾਹਿਬ, ਰੇਲ ਰੋਕੋ ਅੰਦੋਲਨ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਨਜ਼ਰ ਆਇਆ? ਕੀ ਮੁਕੰਮਲ ਤਰੀਕੇ ਨਾਲ ਸਫਲ ਰਿਹਾ ਰੇਲ ਰੋਕੋ ਅੰਦੋਲਨ?
ਬਿਲਕੁਲ ਮੈਨੂੰ ਲੱਗਦਾ ਕਿ ਜੇ ਉਸੇ ਦੀ ਐਕਸਟੈਂਸ਼ਨ ਹੈਗੀ ਆ। ਦੇਖੋ 6 ਤਰੀਕ ਨੂੰ ਇਸੇ 6 ਫਰਵਰੀ ਨੂੰ ਜਿਹੜਾ ਪਬਲਿਕ ਵਹੀਕਲਸ ਦਾ ਚੱਕਾ ਜਾਮ ਜਾਣੀ ਸੜਕਾਂ ਘੇਰੀਆਂ ਗਈਆਂ ਸੀਗੀਆਂ ਔਰ ਉਸ ਚੱਕਾ ਜਾਮ ਨੂੰ ਦੇਖ ਕੇ ਇੱਕ ਦਿਨ ਦਾ 2-3 ਘੰਟੇ ਦਾ ਉਹ ਸੀਗਾ। ਉਹਦੇ ਤੋਂ ਇਹ ਲੱਗਾ ਕਿ ਹੁਣ ਸਾਨੂੰ ਜਿਹੜਾ ਰੇਲ ਦਾ ਕਰਕੇ ਤਾਂ ਕਿ ਰੇਲ ਦੀ ਕਿਉਂਕਿ ਆਲ ਇੰਡੀਆ ਦਾ ਇਹ ਇੰਟਰੈਕਸ਼ਨ ਹੈਗਾ ਉੱਥੇ ਜੇ ਕੋਈ ਕਲਕੱਤੇ ਦੀ ਗੱਡੀ ਲੇਟ ਹੁੰਦੀ ਆ ਤੇ ਉੱਥੇ ਕਲਕੱਤੇ ਵਾਲਿਆਂ ਨੂੰ ਪਤਾ ਲੱਗੂਗਾ ਕਿ ਕਿਸਾਨਾਂ ਕਰਕੇ ਲੇਟ ਹੋਈ। ਇੱਕ ਰੌਲਾ ਰੱਪਾ ਸਾਰੀ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜ਼ਿਆਦਾ ਇਫੈਕਟਿਵ ਢੰਗ ਦੇ ਨਾਲ 4 ਘੰਟੇ ਕਾਫੀ ਹੁੰਦੇ ਆ 12 ਤੋਂ 4 ਵਜੇ ਤੱਕ ਰੱਖਿਆ ਸੀ 18 ਤਰੀਕ ਨੂੰ ਯਾਨੀ 6 ਤਰੀਕ ਤੋਂ ਬਾਅਦ 18 ਨੂੰ 12 ਦਿਨ ਦੇ ਗੈਪ ਨਾਲ। ਤਾਂ ਉਹਦੇ ਚ ਕਾਫੀ ਪ੍ਰਵਾਹ ਹੰਗਾਰਾ ਸੀ। ਮੈਂ ਖੁਦ ਐਕਟਿਵਲੀ ਸ਼ਾਮਲ ਹੋਇਆ ਸੀਗਾ ਜਿਹੜਾ ਮੋਹਾਲੀ ਦੇ ਸਟੇਸ਼ਨ ਦੇ ਨੇੜੇ ਉੱਥੇ ਸਾਡੇ ਸਾਰੇ ਸਾਥੀ ਬਹੁਤ ਸਾਰੇ ਨੌਜਵਾਨ ਇਕੱਠੇ ਹੋਏ ਸੀ। ਇੱਕ ਮੈਂ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਬਹੁਤ ਸਾਰੇ ਵੱਡੇ ਪੱਧਰ ਤੇ ਔਰਤਾਂ ਸ਼ਾਮਲ ਹੋ ਰਹੀਆਂ ਔਰ ਨੌਜਵਾਨ ਵੱਡੇ ਪੱਧਰ ਤੇ ਸ਼ਾਮਲ ਹੋ ਰਹੇ। ਆਮ ਕਰਕੇ ਜਿਹੜੀਆਂ ਕਿਸਾਨ ਰੈਲੀਆਂ ਪਹਿਲਾਂ ਦੇਖਣ ਨੂੰ ਮਿਲਦਾ ਸੀ ਕਿ ਬੁੱਢੇ ਕਿਸਾਨ ਮੇਰੇ ਵਰਗੇ ਉਹ ਜ਼ਿਆਦਾ ਹੁੰਦੇ ਸੀ ਜਿਹੜੇ ਕਿਸੇ ਵੇਲੇ ਜਾਣੀ ਇੰਝ ਲੱਗਦਾ ਸੀ ਵੀ ਜਿਵੇਂ ਘਰ 'ਚ ਦੇ ਵਿਹਲੇ ਬੈਠੇ ਆ ਤੇ ਚਲੋ ਜਾ ਕੇ ਰੈਲੀ 'ਚ ਹੀ ਬਹਿ ਜਾਂਦੇ ਆ, ਇਸ ਕਿਸਮ ਦਾ ਇੰਪ੍ਰੈਸ਼ਨ। ਪਰ ਇਹ ਜਿਹੜੀ ਹੁਣ ਵਾਲੀ ਜਨ ਅੰਦੋਲਨ ਬਣਿਆ ਇਹਦੇ ਵਿੱਚ ਹਰ ਕਿਸਮ ਦੇ ਅਮੀਰ ਲੋਕ ਮਿਡਲ ਕਲਾਸ ਲੋਕ ਪੜ੍ਹੇ ਲਿਖੇ ਪ੍ਰੋਫੈਸਰ ਲਿਖਾਰੀ ਸਿੰਗਰ ਜਿਸ ਤਰ੍ਹਾਂ ਬਹੁਤ ਵੱਡੀ ਪੱਧਰ ਦੇ ਉੱਤੇ ਸ਼ਾਮਲ ਹੋਏ ਆ। ਔਰ ਖਾਸ ਕਰ ਸਭ ਤੋਂ 2 ਇੰਪੋਰਟੈਂਟ ਚੀਜ਼ਾਂ ਅਹਿਮ ਮੈਨੂੰ ਜਿਹੜੀਆਂ ਲੱਗੀਆਂ ਉਹ ਨੌਜਵਾਨ ਤੇ ਔਰਤਾਂ। ਇਹ ਕਦੀ ਵੀ ਬੜੇ ਲੰਬੇ ਸਮੇਂ ਤੋਂ ਅਸੀਂ ਇੰਨੀ ਭਾਰੀ ਗਿਣਤੀ ਚ ਉਹਨਾਂ ਦਾ ਇਹੋ ਜਿਹੇ ਵੱਡੇ ਮੋਰਚਿਆਂ ਚ ਸ਼ਾਮਲ ਹੋਣਾ ਔਰ ਲਗਾਤਾਰ ਸ਼ਾਮਲ ਹੋਣਾ ਔਰ ਲਗਾਤਾਰ ਉਹਨਾਂ ਦੀ ਗਿਣਤੀ ਦਾ ਵਧਣਾ। ਹੁਣ ਫਾਰ ਇੰਸਟੈਂਸ ਕੱਲ ਹੁਣ ਇੱਥੇ ਸ਼ਨੀਚਰਵਾਰ ਨੂੰ ਇੱਕ ਰੈਲੀ ਰੱਖੀ ਹੋਈ ਆ ਵੱਡੀ ਜਿਹਦੇ ਵਿੱਚ ਮੈਨੂੰ ਵੀ ਇਨਵੀਟੇਸ਼ਨ ਆ ਹੋਰ ਕਿਸਾਨ ਲੀਡਰ ਵੀ ਆਉਣਗੇ ਤੇ ਉਹ ਨੌਜਵਾਨਾਂ ਨੇ ਰੱਖੀ ਹੋਈ ਆ ਆਪਣੇ ਤੌਰ ਤੇ ਸ਼ੁਰੂਆਤ ਕਰਕੇ ਉਹ ਜਿਸ ਤਰ੍ਹਾਂ ਮਹਾ ਪੰਚਾਇਤ ਕਹਿ ਲਓ ਜਾਂ ਕੁਛ ਵੀ ਕਹਿ ਲਓ। ਤਾਂ ਇਸ ਕਰਕੇ ਸ਼ਹਿਰੀ ਜਿਹੜਾ ਇਹ ਫੈਲਾਅ ਹੋਇਆ ਚੰਡੀਗੜ੍ਹ ਵਰਗੇ ਸ਼ਹਿਰ ਚ ਜਿੱਥੇ ਸਾਨੂੰ 100-200 ਬੰਦਾ ਇਕੱਠਾ ਕਰਨਾ ਔਖਾ ਸੀ ਜੇ ਉੱਥੇ 2-4 ਹਜ਼ਾਰ ਵੀ ਬੰਦੇ ਇਕੱਠੇ ਹੁੰਦੇ ਆ ਜਾਂ 5000 ਬੰਦੇ ਇਕੱਠੇ ਹੁੰਦੇ ਆ ਤੇ ਇਹ ਬਹੁਤ ਵੱਡੀ ਅਚੀਵਮੈਂਟ ਹੋਊਗੀ। ਮੈਨੂੰ ਲੱਗਦਾ ਹੈ ਕਿ ਮੂਵਮੈਂਟ ਕਿਸੇ ਵੀ ਤਰੀਕੇ ਦੇ ਨਾਲ ਥੱਲੇ ਨਹੀਂ ਜਾ ਰਹੀ ਰਾਦਰ ਥੋੜੇ ਟਾਈਮ ਦੇ ਨਾਲ ਉੱਪਰ ਥੱਲੇ ਤੱਕ ਥੋੜਾ ਹੁੰਦਾ ਹੀ ਆ ਪਰ ਇਹ ਲਗਾਤਾਰ ਇਹਦੀ ਗਰਾਊਂਡ ਸਵੈਲ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ। ਇਹਦਾ ਫੈਲਾਅ ਵੀ ਵੱਧ ਰਿਹਾ। ਮੋਦੀ ਜੀ ਇਸ ਗੱਲ ਨੂੰ ਕਿਉਂ ਨਹੀਂ ਦੇਖ ਪਾ ਰਹੇ? ਅਗਲੀ ਗੱਲ ਹੈ ਚੱਕਾ ਜਾਮ ਦਾ ਜਿਹੜਾ ਰੇਲਵੇ ਦਾ ਚੱਕਾ ਜਾਮ ਆ ਉਹਦਾ ਮੈਂ ਰਿਜ਼ਲਟ ਤੇ ਇਹੀ ਦੇਖ ਰਿਹਾ ਕਿ ਉਹਦੇ ਨਾਲ ਉਸ ਮੂਵਮੈਂਟ ਨੂੰ ਹੋਰ ਅੱਗੇ ਸਹਾਰਾ ਮਿਲਿਆ। ਹੁਣ ਅੱਗੇ ਪੁੱਛਦੇ ਸੀ ਫਿਰ ਜੀ ਇਹਦੋਂ ਬਾਅਦ ਕੀ ਆ? ਮੈਂ ਕਿਹਾ ਹੁਣ ਤੇ ਹਵਾਈ ਜਹਾਜ਼ ਰਹਿ ਗਏ ਉਹਨਾਂ ਨੂੰ ਜਾ ਕੇ ਚੰਬੜ ਜਾਾਂਗੇ ਜਿਵੇਂ ਟਿੱਡੀ ਨੂੰ ਕੀੜੀਆਂ ਚੰਬੜੀਆਂ ਹੁੰਦੀਆਂ ਨਹੀਂ ਉੱਡਣ ਦਿਆਂਗੇ 2-4 ਘੰਟੇ ਤੇ ਜਿਹੜਾ ਸਾਡੇ ਪੂਰੇ ਦੇਸ਼ ਦੇ ਵਿੱਚ ਹੁਣ ਮੈਸੇਜ ਮਿਲਿਆ ਆ ਉਹ ਫਿਰ ਪੂਰੀ ਦੁਨੀਆ 'ਚ ਮਿਲੂਗਾ। ਜਾਣੀ ਇਹ ਹੁੰਦਾ ਪ੍ਰੈਕਟੀਕਲੀ ਤੇ ਨਹੀਂ ਹੈ ਪਰ ਇੱਕ ਲੌਜੀਕਲ ਇਹੀ ਲੱਗਦਾ ਕਿ ਬੱਸਾਂ ਦਾ ਟਰੱਕਾਂ ਦਾ ਚੱਕਾ ਜਾਮ ਕਰਨ ਤੋਂ ਰੇਲਾਂ ਤੇ ਆ ਗਏ ਰੇਲਾਂ ਤੋਂ ਤੇ ਹਵਾਈ ਜਹਾਜ਼ ਹੀ ਬਚਦੇ ਆ ਤੇ ਫਿਰ ਕਹਿੰਦੇ ਜੀ ਫਿਰ ਉਦੋਂ ਬਾਅਦ ਮੈਂ ਕਿਹਾ ਜੀ ਉਦੋਂ ਬਾਅਦ ਫਿਰ ਸਰਕਾਰ ਦਾ ਚੱਕਾ ਜਾਮ ਕਰਾਂਗੇ ਫਿਰ ਤੇ ਹੋਰ ਸਾਡੇ ਕੋਲ ਕੋਈ ਟ੍ਰੈਫਿਕ ਬਚਦੀ ਨਹੀਂ ਹੈਗੀ। ਤੇ ਇਸ ਕਿਸਮ ਦੀ ਮੂਵਮੈਂਟ ਦਾ ਜਿਵੇਂ ਫੈਲਾਅ ਹੋ ਰਿਹਾ ਉਵੇਂ ਮੇਰਾ ਖਿਆਲ ਸਾਡੇ ਐਕਸ਼ਨ ਵੀ ਪਹਿਲਾਂ ਨਾਲੋਂ ਜ਼ਿਆਦਾ ਸਟਰੋਂਗ ਹੁੰਦੇ ਜਾ ਰਹੇ ਆ ਔਰ ਹੋਣੇ ਚਾਹੀਦੇ ਵੀ ਆ ਔਰ ਬਾਹਰਲੇ ਸੂਬਿਆਂ 'ਚ ਵੀ ਮੂਵਮੈਂਟ ਦਾ ਫੈਲਾਅ ਹੋਣਾ ਸ਼ੁਰੂ ਹੋ ਗਿਆ। ਹਾਂਜੀ ਸ਼ਹਿਰੀ ਜੀ ਪ੍ਰੋਫੈਸਰ ਸਾਹਿਬ ਅਸੀਂ ਦੂਜੇ ਮੁੱਦੇ ਵੱਲ ਵਧਦੇ ਹਾਂ। ਸਰਕਾਰ ਦਾ ਗੁੱਸਾ ਕਿਸਾਨ ਅੰਦੋਲਨ ਤੇ ਤਾਂ ਚਲੋ ਹੈ ਹੀ ਹੈ ਉਹ ਗੁੱਸਾ ਬੜੀ ਥਾਂ ਤੇ ਹੋਰ ਵੀ ਨਿਕਲ ਰਿਹਾ ਔਰ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਨਨਕਾਣਾ ਸਾਹਿਬ ਜਿਹੜੇ ਸ਼ਤਾਬਦੀ ਸਮਾਗਮ ਜਿਹੜੇ ਹੋਣ ਜਾ ਰਹੇ ਨੇ ਉੱਥੇ ਜੱਥਾ ਰਵਾਨਾ ਹੋ ਚੁੱਕਾ 600-700 ਦੇ ਕਰੀਬ ਜੱਥੇ ਦੇ ਵਿੱਚ ਲੋਕ ਨੇ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਉਹ ਅੰਮ੍ਰਿਤਸਰ ਦੇ ਉੱਥੇ ਹੀ ਖੜੇ ਹੋਏ ਨੇ ਬਾਰਡਰ ਤੇ ਪਰ ਸਰਕਾਰ ਦੇ ਵੱਲੋਂ ਬਾਰਡਰ ਨਹੀਂ ਖੋਲੇ ਜਾ ਰਹੇ। ਪ੍ਰੋਫੈਸਰ ਸਾਡੇ ਕਾਲਰ ਵੀ ਆਪਣੇ ਨਾਲ ਜੁੜੇ ਨੇ ਉਹਨਾਂ ਨਾਲ ਗੱਲ ਕਰ ਲਈਏ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਹਿ ਸਕਦੇ ਹੋ। ਹਾਂ ਜੀ ਮੈਂ ਤਾਂ ਆਹੀ ਚਾਹੁੰਦਾ ਜੀ ਕਹਿਣਾ ਵੀ ਜਿਹੜਾ ਮੋਦੀ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ ਆਪਣਾ ਪ੍ਰੋਫੈਸਰ ਸਾਹਿਬ ਕਰਦੇ ਆ ਜੀ ਵੀ ਮੋਦੀ ਦੀ ਜਿਹੜੀ ਸੋਚ ਹੈ ਜੀ ਉਹ ਕਿਸੇ ਆਮ ਲੋਕ ਲਈ ਨਹੀਂ ਹੈਗੀ। ਉਹਨੂੰ ਤਾਂ ਆਪਣਾ ਡਿਕਟੇਟਰਸ਼ਿਪ ਕਰਨ ਦਾ ਉਹ ਹੈ ਉਹਨੂੰ ਮਸਾ ਚਾਂਸ ਮਿਲਿਆ। ਇਹ ਅਸੀਂ ਤਾਂ ਪਹਿਲਾਂ ਹੀ ਇਹਨੂੰ ਕੈਂਸਲ ਕਰ ਦੇਣਾ ਚਾਹੀਦਾ। ਇਹਨੇ ਨੋਟਬੰਦੀ ਕੀਤੀ ਸੀਗੀ ਲੋਕਾਂ ਨੇ ਵੋਟਾਂ ਖਾਣੀ ਕਾਹਤੇ ਪਾਤੀ ਇਹਨੂੰ ਦੁਬਾਰਾ ਫੇਰ ਜੀ। ਇਹ ਤਾਂ ਹਿੰਦੂ ਰਾਜ ਭਾਲਦਾ ਕਰਨਾ ਇਹ ਬਹੁਤ ਚਿਰਾਂ ਦੇ ਫਿਰਦੇ ਆ ਲੋਕ ਇਹਨਾਂ ਦਾ ਸੂਤ ਨਹੀਂ ਆ ਰਿਹਾ ਸੀਗਾ ਜੀ ਕਿ ਮਰਨ ਨੂੰ ਸਿੱਖ ਹੈਗੇ ਮੂਹਰੇ ਤੇ ਰਾਜ ਕਰਨਾ ਹਿੰਦੂਆਂ ਨੇ ਇਹਨਾਂ ਦਾ ਇਹ ਕੰਮ ਬਣਿਆ ਹੋਇਆ। ਠੀਕ ਹੈ ਸਰ ਆਪਾਂ ਸਰ ਬਿਲਕੁਲ ਆਪਾਂ ਸ਼ੋਅ ਦੇ ਵਿੱਚ ਆਪਾਂ ਕੋਈ ਹਿੰਦੂ ਸਿੱਖ ਦਾ ਮਸਲਾ ਆਪਾਂ ਨਹੀਂ ਬਣਾਉਣਾ ਹੈ ਆਪਾਂ ਇੱਥੇ ਗੱਲ ਕਰਨੀ ਮੁੱਦੇ ਤੇ ਆਪਾਂ ਗੱਲ ਕਰਨੀ ਹੈ। ਅਸੀਂ ਕਰਾਉਂਦੇ ਨੇ ਜੀ ਉਹ ਕਰਾ ਰਿਹਾ ਉਹ ਕਹਿ ਉਹ ਬੋਲਦਾ ਨਹੀਂ ਉਹਦਾ ਮਤਲਬ ਇਹੀ ਆ ਜੀ ਬਿਲਕੁਲ। ਉਹਨੇ ਤਾਂ 370 ਲਾ ਵਿਚਾਰੇ ਮੁਸਲਮਾਨਾਂ ਨਾਲ ਕੀ ਕੀਤੀ ਆ ਜੀ
ਹੁਣ ਇਹ ਚਾਹੁੰਦਾ ਵੀ ਮੈਂ ਸਿੱਖਾਂ ਨੂੰ ਬਦਨਾਮ ਕਰਕੇ ਇਹਨਾਂ ਨੂੰ ਪਾਸੇ ਕਰਾਂ। ਜੀ ਸਰ ਬਿਲਕੁਲ। ਇਹਦਾ ਜਿੰਨਾ ਚਿਰ ਇਹਨੂੰ ਤੁਸੀਂ ਕੈਂਸਲ ਨਹੀਂ ਕਰਦੇ, ਲੋਕ ਜਿਹੜੇ ਉਹ ਸਾਡੇ ਗਰਿਆ ਬੈਠਾ ਲੁਧਿਆਣੇ ਵਾਲਾ ਬਣਿਆ ਹੋਇਆ ਇਹ ਜਿਹਨੂੰ ਤਾਂ ਰਜਾਇਨ ਦੇ ਦੇਣਾ ਚਾਹੀਦਾ ਜੋ ਸਾਡੇ ਲੋਕਾਂ ਬਾਰੇ ਤਾਂ ਗੱਲਾਂ ਕਰ ਰਿਹਾ। ਇਹ ਪ੍ਰਧਾਨ ਮੰਤਰੀ ਤੋਂ ਆ ਜੀ ਬਿਲਕੁਲ ਸਰ। ਪ੍ਰਧਾਨ ਮੰਤਰੀ ਹੁੰਦਾ ਜਿਹੜਾ ਦੇਸ਼ ਨੂੰ ਉੱਤੇ ਲੈ ਕੇ ਜਾਵੇ ਤੇ ਲੋਕਾਂ ਦਾ ਦੁੱਖ ਸੁਣੇ ਵੀ ਹਾਂ ਸਾਡੇ ਕੰਟਰੀ 'ਚ ਕੀ ਹੋ ਰਿਹਾ ਆ। ਜੀ ਬਿਲਕੁਲ ਬਿਲकुल। ਇਸਦੇ ਲਾਇਕ ਨਹੀਂ ਹੈਗਾ, ਜਿਹਦਾ ਆਪਣਾ ਕੋਈ ਧੀ ਪੁੱਤ ਨਹੀਂ ਹੈਗਾ ਉਹ ਕਿਸੇ ਦੇ ਲਈ ਕੀ ਸੋਚ ਸਕਦਾ। ਜੀ सर बिल्कुल असी समझ पा रहे हैं। प्रोग्राम बहुत चिर हो गया, रोज सुनता रहना। बिल्कुल सर जरूर जुड़िया करो जी। बिल्कुल काम पर रह नहीं होया इस बंदा है ही नहीं, काबिले है नहीं। पहले ਇਹਦੀ ਹਿਸਟਰੀ ਪੜ੍ਹ ਲਓ, ਇਹਦੀ ਹਿਸਟਰੀ 'ਚ ਕੀ ਕੀਤਾ ਆਪਣੇ ਜੰਗ। ਜੀ ਜੀ ਸਰ ਅਸੀਂ ਤੁਹਾਡੀ ਗੱਲ ਸਮਝ ਪਾ ਰਹੇ ਹਾਂ ਜੀ। ਕੋਈ ਨਹੀਂ ਤੁਸੀਂ ਸ਼ੋਅ ਦੇ ਵਿੱਚ ਡੇਲੀ ਜੁੜਿਆ ਕਰੋ ਜੀ, ਆਪਣੀ ਗੱਲ ਜਿਹੜੀ ਆ ਜ਼ਰੂਰ ਰੱਖਿਆ ਕਰੋ। ਮੈਂ ਤਾਂ ਰੋਜ਼ ਦੇਖਦਾ ਜੀ ਜੀ ਟਾਊਨ 'ਚ ਰਹਿਣਾ, ਮੈਂ ਇੱਥੇ ਕੈਨੇਡਾ 'ਚ ਰਹਿਣਾ। ਬਿਲਕੁਲ ਜੀ ਬਿਲकुल। ਬਹੁਤ ਬਹੁਤ ਸ਼ੁਕਰੀਆ ਸਰ ਆਪਣੀ ਗੱਲ ਰੱਖਣ ਦੇ ਲਈ। ਆਪਣੇ ਨਾਲ ਹੋਰ ਲੋਕ ਵੀ ਜੁੜ ਰਹੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਪ੍ਰੋਫੈਸਰ ਸਾਹਿਬ ਇਹ ਲੋਕਾਂ ਦਾ ਗੁੱਸਾ ਹੀ ਹੈ ਜਿਹੜਾ ਵੱਧ ਚੜ ਕੇ ਚਲੋ ਬੋਲ ਰਿਹਾ। ਬੇਸ਼ੱਕ ਲੋਕ ਇੱਥੇ ਬੈਠੇ ਨੇ ਕੈਨੇਡਾ ਦੇ ਵਿੱਚ, ਪਰ ਹਾਲਾਤ ਜਦੋਂ ਦੇਖਦੇ ਨੇ ਭਾਰਤ ਦੇ, ਕਿਉਂਕਿ ਉੱਥੇ ਵੀ ਸਾਰੇ ਜਿਹੜੇ ਨੇ ਇਹਨਾਂ ਦੇ ਆਪਣੇ ਹੀ ਬੈਠੇ ਨੇ। ਇੱਕ ਹੋਰ ਕਾਲ ਆਪਾਂ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਂ ਸ਼ਹਿਰੀ ਹਾਂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਮਨਜੀਤ ਸਿੰਘ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਰ ਕੀ ਕਹਿਣਾ ਚਾਹੁੰਦੇ ਹੋ ਸਰ? ਬਹੁਤ ਘੱਟ ਸ਼ਬਦਾਂ ਦੇ ਵਿੱਚ ਆਪਣੇ ਮੁੱਦੇ ਦੀ ਗੱਲ ਰੱਖਿਓ ਸਰ। ਓਕੇ ਜੀ। ਮੇਰੇ ਪੁਆਇੰਟ ਆਫ ਵਿਊ ਨਾਲ ਸਾਨੂੰ ਇੱਕ ਲੀਡਰ ਚਾਹੀਦਾ ਯਾਰ ਜੀ। ਇਹਨਾਂ ਜਿਸ ਤਰ੍ਹਾਂ ਕਿ ਸਿੱਧੂ ਹੋ ਗਿਆ, ਖਹਿਰਾ ਹੋ ਗਿਆ, ਜਾਂ ਕੋਈ ਵੀ ਇੱਕ ਕੋਈ ਪੋਲੀਟੀਕਲ ਲੀਡਰ ਤੇ ਆਪਾਂ ਟਰਸਟ ਨਹੀਂ ਕਰ ਸਕਦੇ, ਨਾ ਕਾਂਗਰਸ ਨਾ ਸ਼੍ਰੋਮਣੀ ਅਕਾਲੀ ਦਲ ਜੀ। ਇੱਕ ਬੰਦਾ ਇੱਕ ਲੀਡਰ ਚਾਹੀਦਾ ਸਟਰੋਂਗ। ਸਿਰਫ ਕਿਸਾਨ ਦੇ ਮਸਲੇ ਨਹੀਂ, ਹੋਰ ਵੀ ਜਿਹੜੇ ਮਸਲੇ ਨੇ ਉਹ ਸਾਰੇ ਮਸਲੇ ਤੇ ਬਿਲਕੁਲ ਵੀ ਸਾਡੀ ਕੌਮ ਅੱਗੇ ਤਰੱਕੀ ਕਰ ਸਕਦੀ ਹੈ ਜਾਂ ਅੱਗੇ ਵੱਧ ਸਕਦੀ ਹੈ ਜੀ। ਨਹੀਂ ਤੇ ਡਾਊਨਫਾਲ ਨਜ਼ਰ ਆ ਰਿਹਾ ਹੈ। ਇੰਨੇ ਚਿਰ ਦਾ ਡਾਊਨਫਾਲ ਗ੍ਰਾਫ ਥੱਲੇ ਹੀ ਜਾ ਰਿਹਾ ਹੈ ਜੀ। ਬਿਲਕੁਲ ਇਹਦੇ ਬਾਰੇ ਚ ਪ੍ਰੋਫੈਸਰ ਮਨਜੀਤ ਸਿੰਘ ਜੀ ਕੁਝ ਕਹਿਣ, ਸਿੱਧੂ ਖਹਿਰਾ ਹੋਰ ਵੀ ਕੋਈ ਲੀਡਰ ਜਿਹੜੇ ਸੋਚ ਸਕਦੇ ਕਿ ਜਿਹੜਾ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਆਪਾਂ ਇੱਕ ਬੰਦੇ ਦੇ ਹੱਥ ਚ ਕੰਟਰੋਲ ਰਹੇਗਾ ਨਾ ਤੇ ਬੰਦੇ ਆਪਣੇ ਪੰਜਾਬ ਦੇ ਬੰਦੇ ਬਲਾਈਂਡਲੀ ਫੇਥਫੁਲੀ ਉਹਨੂੰ ਟਰਸਟ ਕਰਕੇ ਉਹਦੇ ਮਗਰ ਚੱਲਣਗੇ ਜੀ ਜੀ। ਮੈਂ ਵੀ ਅਸੀਂ ਕੋਈ ਅਸਰ ਪਾ ਸਕੀਏ, ਨਹੀਂ ਤੇ ਤੇਰਾ ਐਮਪੀ ਨਾਲ ਤੁਹਾਡਾ ਕੁਝ ਨਹੀਂ ਬਣਨਾ ਜੀ। ਸਰ ਸਰ ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਗੱਲ ਰੱਖਣ ਦੇ ਲਈ। ਆਲਰਾਈਟ ਥੈਂਕ ਯੂ ਜੀ। ਜੀ ਪ੍ਰੋਫੈਸਰ ਮਨਜੀਤ ਜੀ ਹਾਂਜੀ ਬਿਲकुल ਕਾਲਰਸ ਦੀ ਗੱਲ ਤੁਸੀਂ ਸੁਣੀ ਲਈ। ਹਾਂਜੀ ਹਾਂ ਮੈਂ ਦੋਵਾਂ ਤੇ ਰਿਐਕਟ ਕਰਨਾ ਚਾਹੂੰਗਾ। ਪਹਿਲੀ ਗੱਲ ਕਿ ਸੈਂਟਰ ਦੇ ਵਿੱਚ ਕਦੀ ਵੀ ਸਿੱਖਾਂ ਤੇ ਮੁਸਲਮਾਨਾਂ ਦਾ ਰਾਜ ਤੇ ਨਹੀਂ ਹੋਇਆ ਆਜ਼ਾਦ ਦੇਸ਼ ਦੇ ਵਿੱਚ। ਕਾਂਗਰਸ ਕੀ ਆ ਹਿੰਦੂ ਹੀ ਹੈ, ਬੀਜੇਪੀ ਵੀ ਹਿੰਦੂ ਹੀ ਹੈ। ਕਿਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣ ਸਕਦੇ ਆ, ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਣ ਸਕਦੇ ਆ, ਉਹ ਗੱਲ ਅਲੱਗ ਹੈ। ਪਰ ਰਾਜ ਤੇ ਕਿਤੇ ਕਿਤੇ ਦੂਜੇ ਘੱਟ ਗਿਣਤੀਆਂ ਦਾ ਸੈਂਟਰ 'ਚ ਤੇ ਨਾ ਹੋ ਸਕਦਾ, ਨਾ ਹੋਇਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਰਾਜ ਸਿੱਖਾਂ ਦਾ ਹੀ ਆ, ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਕਾਲੀਆਂ ਦਾ ਹੋਵੇ, ਭਾਵੇਂ ਕੋਈ ਹੋਰ ਤੀਜੀ ਪਾਰਟੀ ਆ ਜੇ, ਕੋਈ ਕਾਮਰੇਡ ਆ ਜਾਣ। ਰਾਜ ਤੇ ਹਮੇਸ਼ਾ ਮੈਜੋਰਿਟੀ ਤੇ ਸਿੱਖ ਮੈਜੋਰਿਟੀ ਸਟੇਟ ਹੈ ਤੇ ਸਿੱਖਾਂ ਦਾ ਹੀ ਰਾਜ ਆ, ਖਾਸ ਕਰ ਜੱਟਾਂ ਦਾ ਰਾਜ ਹੈ। ਮੈਨੂੰ ਇਹ ਗੱਲ ਕਦੀ ਸਮਝ ਨਹੀਂ ਪੈਂਦੀ ਕਿ ਜਦੋਂ ਅਸੀਂ ਕਹਿੰਦੇ ਸਿੱਖ ਰਾਜ ਚਾਹੀਦਾ ਜੀ, ਇਹ ਸਿੱਖ ਰਾਜ ਆਪਾਂ ਰੋਲ ਮਾਡਲ ਬਣ ਕੇ ਦਿਖਾਈਏ ਨਾ ਕਿ ਇਹ ਸਿੱਖ ਨਹੀਂ ਹੈਗੇ, ਜਾਣਿਆਂ ਨੂੰ ਕਹਿ ਦਈਏ ਕਿ ਬਿਲਕੁਲ ਇਹ ਸਿੱਖੇ ਹੀ ਨਹੀਂ ਹੈਗੇ। ਫਿਰ ਆਪਾਂ ਨੂੰ ਇਹ ਦੱਸਣਾ ਪਊ ਕਿ ਸਿੱਖ ਕੌਣ ਆ, ਅਸਲੀ ਸਿੱਖ ਕੌਣ ਆ। ਕੀ ਨਵਜੋਤ ਸਿੱਧੂ ਅਸਲੀ ਸਿੱਖ ਆ ਜਾਂ ਖਹਿਰਾ ਅਸਲੀ ਸਿੱਖ ਆ, ਜਾਂ ਕਿਹੜੇ ਤੁਹਾਡੇ ਰੋਲ ਮਾਡਲ ਆ ਜਿਹੜੇ ਸਿੱਖੀ ਨੂੰ ਜਿਹੜੇ ਅਪਣਾਏ ਹੋਏ ਆ। ਆਪਾਂ ਨੂੰ ਕਈ ਵਾਰੀ ਅਸੀਂ ਫਿਰ ਇਹ ਮੇਰੇ ਜਿਹੜੇ ਹੁਣ ਲਾਸਟ ਵੀਰ ਕਹਿ ਰਿਹਾ ਕਿ ਸਾਨੂੰ ਇੱਕ ਬੰਦਾ ਚਾਹੀਦਾ, ਆ ਮੋਦੀ ਦਾ ਇਹੋ ਤੇ ਸਿਆਪਾ ਗਲ ਚ ਪਿਆ। ਸਾਰੇ ਦੇਸ਼ ਦੇ ਅੰਦਰ ਇੱਕੋ ਹੀ ਆਪਾਂ ਹੀਰੋ ਬਣਾ ਕੇ ਜਾ ਕੇ ਖੜਾ ਕਰ ਲਿਆ, ਹੁਣ ਲਾਉਣਾ ਔਖਾ ਹੋ ਗਿਆ। ਇਹ ਬੀਜੇਪੀ ਨੂੰ ਵੀ ਲਾਉਣਾ ਔਖਾ ਹੋ ਗਿਆ ਤੇ ਸਾਨੂੰ ਤੇ ਸਾਡੇ ਲਈ ਤੇ ਹੈ ਹੀ ਹੈ ਕਿ ਮੋਦੀ 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 ਕਰਕੇ ਜੋ ਉਹਦੇ ਪਿੱਛੇ ਲੱਗੇ ਸਾਰੇ ਜਿਉਂ ਤੇ ਸਾਰੇ ਦੇਸ਼ ਦੇ ਵਿੱਚ ਮੋਦੀ ਭਗਤ ਪੈਦਾ ਕਰਤੇ। ਇਹ ਤਾਨਾਸ਼ਾਹ ਮਾਈਂਡ ਹੈ। ਉਸ ਕਿਸਮ ਦੇ ਨਾਲ ਆਪਾਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ। ਪਾਰਟੀ ਪ੍ਰੋਗਰਾਮਾਂ ਦੇ ਥੱਲੇ ਚੱਲੀਏ, ਕਿਸੇ ਵਿਚਾਰ ਦੇ ਥੱਲੇ ਚੱਲੀਏ, ਕਿਸੇ ਸੰਵਿਧਾਨ ਦੇ ਥੱਲੇ ਚੱਲੀਏ, ਉਸ ਨੂੰ ਸਾਰੇ ਮੰਨਣ। ਇਹ ਉਹਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ, ਨਾ ਕਿ ਅਸੀਂ ਹੁਣ ਚਿਹਰਿਆਂ ਦੀ ਰਾਜਨੀਤੀ ਤੇ ਫੇਰ ਆ ਜਾਈਏ ਤੇ ਉਹਦੇ ਪਿੱਛੇ ਸਾਰੇ ਲੱਗ ਜਾਈਏ। ਕੱਲ ਨੂੰ ਉਹਦਾ ਦਿਮਾਗ ਫਿਰ ਜਾਏ ਇੱਕ ਬੰਦੇ ਦਾ ਤੇ ਸਾਡਾ ਸਾਰਿਆਂ ਦਾ ਸਤਿਆਨਾਸ਼ ਹੋ ਜਾਊਗਾ। ਇਸੇ ਕਰਕੇ ਡੈਮੋਕ੍ਰੇਸੀ, ਕਲੈਕਟਿਵ ਲੀਡਰਸ਼ਿਪ, ਕਲੈਕਟਿਵ ਸੋਚ, ਵਿਚਾਰਧਾਰਾ, ਪਾਰਟੀ ਪ੍ਰੋਗਰਾਮ,
कोई संविधान, कोई कायदा कानून इसे करके बने सीगे। जिहड़ी लिबरल डेमोक्रेसी है, जिस कैनेडा भी रहिंदा, अमरीका भी रहिंदा, असीं भी रहिंदे, यूरोप भी रहिंदा, उसदी गिरावट आ रही है साडे देश दे विच। साडे ते सियापा ही पिया है कि साडे परसनैलिटियां दे नाल लोग जुड़ गए। ये कौन है जी? ये बादल पार्टी, ये कौन है जी? ये कैप्टन दी पार्टी। कांग्रेस दे विच भी, दिल्ली दे विच राहुल गांधी, पंजाब दे विच कैप्टन, ਉਹਨੂੰ ਕੋਈ ਪੁੱਛਦਾ ਨਹੀਂ ਰਾਹੁਲ ਨੂੰ ਇੱਥੇ। ਇਹ ਜਿਹੜੀ ਪਰਸਨੈਲਿਟੀ ਬੇਸਡ ਸਾਡੀ ਪੋਲਿਟਿਕਸ ਬੜੀ ਖਤਰਨਾਕ ਹੈ। ਮੈਂ ਨਹੀਂ ਇਹਦੇ ਬਿਲਕੁਲ ਹੱਕ ਵਿੱਚ ਹੈ। ਟੀਮ ਵਰਕ ਹੋਣਾ ਚਾਹੀਦਾ, ਕਲੈਕਟਿਵ ਲੀਡਰਸ਼ਿਪ ਹੋਣੀ ਚਾਹੀਦੀ, ਤਾਂ ਕਿ ਇੱਕ ਅੱਧਾ ਵਿਕ ਵੀ ਜਾਏ, ਦੋ ਬੰਦੇ ਵਿਕ ਵੀ ਜਾਣ, ਬਾਕੀ ਦੇ ਬਚੇ ਰਹਿਣ, ਉਹ ਸਿਸਟਮ ਤੇ ਬਚਿਆ ਰਹੇ ਔਰ ਲੋਕ ਉਹਨੂੰ ਸਾਰਿਆਂ ਨੂੰ ਕਰ। ਸੋ ਇਸ ਕਰਕੇ ਮੇਰਾ ਰਿਸਪੌਂਸ ਜਿਹੜਾ ਆਪਣੇ ਤਜਰਬੇ ਚੋਂ ਇਹ ਹੈਗਾ ਕਿ ਪਾਰਟੀਆਂ ਹੋਣ, ਪਾਰਟੀਆਂ ਦੇ ਅੰਦਰੂਨੀ ਜਮਹੂਰੀਅਤ ਹੋਵੇ, कोई एक लीडर दे सारे बाकी चेले चाटड़े बन के काम ना करन। जिस तरह हुण बादल परिवार दा श्रोमणी अकाली दल ते पूरा कब्जा होया, ओदा जो सानू खमियाजा भुगतना पिया सानू पता। हुण इस वेले कांग्रेस दे विच कैप्टन दा आ, उधर केजरीवाल दा कब्जा हैगा आ पूरा। कि की जरूरत आ बीएसपी दा उत्ते मायावती दे विरुद्ध जाण दी किसी दी की जरूरत आ? मेरा ख्याल है पर्सनैलिटियां साडे कोल पहिला ही बहुत हैगियां शहरी जी, सानू ओदे तो बचण दी लोड़ है। हां जी बिल्कुल। प्रोफेसर साहब कॉलर होर भी जुड़ रहे ने, उन्हां दी भी गल सुन लईए जी। सत श्री अकाल जी। सत श्री अकाल जी। जी सर, की कहना चाहुंदे? जी जी प्लीज पूछ सकते हो जी, जो भी है। हाँ जी जी सर, अपनी गल रख सकते हो जी। मैं कर दवां जी। सर तुसी अपनी गल कर सकते हो जी, सुन पा रहे हैं जी तुहानू। अच्छा जी, अच्छा जी। गल तां जी मैं ना तकरीबन 50 वारी मोदी दे कोलों एक गल सोच चुकिया वां कि भी ਇਹ ਕਾਨੂੰਨ ਜ਼ਿਮੀਂਦਾਰ ਦੇ ਹੱਕ 'ਚ ਹੈ, ਕਾਨੂੰਨ ਜ਼ਿਮੀਂਦਾਰ ਦੇ ਹੱਕ 'ਚ ਆ। ਤੇ ਮੈਂ ਜ਼ਿਮੀਂਦਾਰਾਂ ਕੋ ਵੀ ਇਹ ਸੋਚ ਚੁੱਕਿਆ ਵੀ ਸਾਨੂੰ ਤਿੰਨੇ ਕਾਨੂੰਨ ਮਾਫ ਕਰਨੇ, ਸਾਡੀ ਮੰਗ ਮਾਫ ਕਰਨ ਤੱਕ, ਇਸ ਤੋਂ ਬਾਅਦ ਕੋਈ ਮੰਗ ਨਹੀਂ। ਜੇ ਕੋਈ ਬੰਦਾ ਕਿਸੇ ਬੰਦੇ ਨੂੰ ਕਵੇ ਮੈਂ ਤੈਨੂੰ ਰਾਜਾ ਬਣਾਉਣਾ, ਤੇ ਬੰਦਾ ਕਹੇ ਮੈਂ ਰਾਜਾ ਨਹੀਂ ਬਣਨਾ, ਮੈਂ ਏਦਾਂ ਹੀ ਠੀਕ ਆ, ਮੈਨੂੰ ਰਾਜੇ ਦੀ ਲੋੜ ਨਹੀਂ, ਤੇ ਤੈਨੂੰ ਇਹ ਸਮਝ ਆਉਂਦੀ ਕਿ ਜ਼ਿਮੀਂਦਾਰਾਂ ਨੂੰ ਤੇਰੇ ਚੰਗੇ ਕਾਨੂੰਨ ਮਨਜ਼ੂਰ ਨਹੀਂ ਤੇ ਧੱਕਣਾ ਜ਼ਿਮੀਂਦਾਰ ਨੂੰ ਕਾਨੂੰਨ ਕਿਉਂ ਦੇ ਜਾ ਰਿਹਾ? ਇਹ ਤੇ ਮੈਂ ਨਵੀਂ ਗੱਲ ਸੁਣੀ ਆ ਵੀ ਧੱਕੇ ਨਾਲ ਜਿਹਨੂੰ ਕਹੀ ਚਲੋ, ਧੱਕੇ ਨਾਲ ਦੇਈ ਚਲੋ। जी बिल्कुल सर, असीं कोशिश करदे जी प्रੋਫੈਸਰ साहब तो तुहाडे इस जिहड़ी तुसीं गल रखी है उसका जवाब आपां प्रोफैसर मनजीत सिंह जी तो लैंदे आ। बहुत बहुत शुक्रिया सर गल रखण लई। ओके, थैंक यू जी, थैंक यू जी। हाँ शहरी ਇਹਦੇ ਚ मैं साफ सुन लिया, ਮੈਨੂੰ तो सुन ही रहा, मैं जवाब दे देना। ਇਹ ਮੋਦੀ ਜੀ ਨੇ ਪਾਰਲੀਮੈਂਟ ਦੇ ਅੰਦਰ ਕਿਹਾ ਸੀ, ਇਹਨਾਂ ਮੇਰੇ ਵੀਰਾਂ ਨੇ ਵੀ ਸੁਣਿਆ ਹੋਣਾ कि यह जरूरी नहीं कि जो लोग कहण असीं ओहो ही करांगे। लोकां नूं अपने हितां दा पता नहीं, असीं उन्हां नालों ज्यादा अकलमंद आ। लोकां दा काम इक्को ही सीगा कि सरकार चुनना। उन्हां ने सानूं वोटां पाईआं, सानूं पावर ऑफ अटॉर्नी देती, सानूं उन्हां दी किस्मत दा फैसला करन लई, उन्हां दा भविख किहो जिहा असीं तराशना, वो साडी जिम्मेवारी आ। हुण ਉਹ ਕਹਿੰਦੇ ਆ ਕਿ ਲੋਕਾਂ ਨੂੰ ਆਪਣੇ ਹਿੱਤਾਂ ਨੂੰ ਜਾਣਨ ਦੀ ਜਾਂ ਉਹਨਾਂ ਦੇ ਬਾਰੇ ਜਿਗਿਆਸਾ ਹੋਣ ਦੀ ਕੋਈ ਸੂਝ-ਬੂਝ ਨਹੀਂ ਹੈ। ਉਹ ਸਾਨੂੰ ਪਤਾ, ਸਾਡੇ ਕੋਲ ਐਕਸਪਰਟ ਆ, ਸਾਡੇ ਕੋਲ ਟੈਕਨੋਲੋਜੀ ਆ, ਸਾਡੇ ਕੋਲ ਫਲਾਨਾ ਟਮਕਾਣਾ ਨੀਤੀ ਜੋ ਗਿਆ। ਉਹ ਕਹਿੰਦੇ ਤੁਸੀਂ ਭੁੜਕਣਾ ਦੇ ਭੁੜਕਾਉਣ, ਕਹਿੰਦੇ ਜਿਸ ਤਰ੍ਹਾਂ ਨਿਆਣਾ ਆ ਕਿ ਨਿਆਣਾ ਤੇ ਲੋਦਾ ਨਹੀਂ ਲਵਾਉਣਾ ਚਾਹੁੰਦਾ, ਪਰ ਸਾਨੂੰ ਪਤਾ ਉਹਨੂੰ ਚੇਚਕ ਹੋ ਜੂਗੀ ਜਾਂ ਹੋਰ ਕੋਈ ਪੋਲੀਓ ਹੋ ਜੂਗਾ, ਅਸੀਂ ਉਸ ਨੂੰ ਢਾ ਕੇ ਵੀ ਦਵਾਈ। ਉਹ ਕਹਿੰਦੇ ਵੀ ਤਿੰਨ ਕਾਨੂੰਨ ਜੇ ਕਿਸਾਨ ਕਹਿੰਦੇ ਵੀ ਆ ਕਿ ਸਾਡੇ ਹੱਕ 'ਚ ਨਹੀਂ ਹੈਗੇ, ਅਸੀਂ ਇਹਨਾਂ ਦੇ ਸਿਰ ਤੇ ਮੜਨੇ ਹੈਗੇ। ਪਰ ਇੱਥੇ ਉਹਨਾਂ ਦੀ ਗੱਲ ਇਹ ਠੀਕ ਨਹੀਂ ਹੈਗੀ। ਮੈਂ ਇਸ ਕਰਕੇ ਠੀਕ ਨਹੀਂ ਕਹਿੰਦਾ ਕਿ ਇਹ ਕਿਸਾਨ ਅਨਪੜ੍ਹ ਕਿਸਾਨ ਨਹੀਂ, ਇਹ ਪੜ੍ਹੇ ਲਿਖੇ ਕਿਸਾਨ ਆ। ਰਾਜੇਵਾਲ ਹੋਇਆ, ਹੋਰ ਹੋਇਆ, ਵਕੀਲ ਵਿੱਚ ਹੈਗੇ ਆ। ਸਾਡੇ ਕੋਲ ਬਹੁਤ ਸਾਰੇ ਇਕਨੋਮਿਸਟ ਹੈਗੇ ਆ, ਸੁੱਚਾ ਸਿੰਘ ਗਿੱਲ ਹੈਗਾ, RS ਘੁੰਮਣ ਆ, ਮੈਂ ਖੁਦ ਲਿਖਦਾ ਆ, ਮੈਂ ਖੁਦ ਬੋਲਦਾ, ਮੈਂ ਖੁਦ ਇਕਨੋਮਿਕਸ 'ਚ 4 ਕਿਤਾਬਾਂ ਲਿਖੀਆਂ, ਮਾੜੀ ਮੋਟੀ ਇਕਨੋਮਿਕਸ ਤੇ ਮੈਨੂੰ ਵੀ ਆਉਂਦੀ ਹੈ। ਇਸੇ ਤਰੀਕੇ ਨਾਲ ਸਾਡੇ ਕੋਲ ਆਲ ਇੰਡੀਆ ਲੈਵਲ ਦੇ ਪੀ ਸਾਈਨਾਥ ਐਕਸਪਰਟ ਹੈਗੇ ਆ ਐਗਰੀਕਲਚਰ ਦੇ। ਸਾਡੇ ਕੋਲ ਇੱਥੇ ਦਵਿੰਦਰ ਸ਼ਰਮਾ ਹੈਗੇ ਮਹਾਲੀ 'ਚ ਬੈਠੇ ਹੋਏ, ਉਹ ਕਿੰਨਾ ਵੱਡੇ ਪੱਧਰ ਤੇ ਲਿਖਦੇ ਆ, ਐਗਰੀਕਲਚਰਲ ਐਕਸਪਰਟ ਹੈਗੇ, ਬੜੇ ਸਾਲਾਂ ਤੋਂ ਦਹਾਕਿਆਂ ਤੋਂ ਲਿਖ ਰਹੇ। ਇਹ ਸਾਰੇ ਬੇਵਕੂਫ ਹੋ ਗਏ। ਕੱਲਾ ਮੋਦੀ ਨੂੰ ਅਕਲ ਆ ਗਿਆ, ਚਾਹ ਬਣਾਉਂਦੇ ਬਣਾਉਂਦੇ ਉੱਠ ਕੇ ਪ੍ਰਧਾਨ ਮੰਤਰੀ ਦਾ ਦਾਅ ਲੱਗ ਗਿਆ ਤੇ ਹੁਣ ਉਹਨਾਂ ਨੂੰ ਸਾਰੀ ਦੁਨੀਆ ਦੀ ਅਕਲ ਉਹਨਾਂ ਦੇ ਸਿਰ 'ਚ ਜਾ ਵੜੀ ਹੈ। ਇਹ ਗਲਤ ਗੱਲ ਹੈ। ਸਾਰਿਆਂ ਦੀ ਆਵਾਜ਼ ਸੁਣਨੀ ਪਊਗੀ, ਐਕਸਪਰਟਾਂ ਦੀ ਗੱਲ ਸੁਣਨੀ ਪਊਗੀ, ਕਿਸਾਨਾਂ ਦੀ ਵੀ ਗੱਲ ਸੁਣਨੀ ਪਊਗੀ। ਕਿਸਾਨਾਂ ਨੇ ਇਹਨਾਂ ਦੇ ਤਿੰਨਾਂ ਮਿਨਿਸਟਰਾਂ ਦੇ, ਸੋਮਨਾਥ, ਗੋਇਲ
और ਜਿਹੜੇ ਤੋਮਰ ਸਾਹਿਬ ਹੈ ਇਹਨਾਂ ਦੀ 7 ਘੰਟੇ ਇੱਕ ਦਿਨ ਕਲਾਸ ਲਈ ਜਿਹੜੀ 3ਜੀ 4ਥੀ ਮੀਟਿੰਗ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਹੋਮਵਰਕ ਐਡਾ ਸਾਰਾ ਦਿੱਤਾ ਉਹ ਤੋਬਾ ਕਰਕੇ ਗਏ ਕਹਿੰਦੇ ਅਸੀਂ ਤੇ ਇਹਨਾਂ ਨੂੰ ਬੁੱਧੂ ਸਮਝਦੇ ਸੀ ਤੇ ਸਾਡੇ ਨਾਲੋਂ ਬਹੁਤ ਸ਼ੈਤਾਨ ਹੁਸ਼ਿਆਰ ਹੈਗੇ ਆ ਉਹਨਾਂ ਕੋਲ ਜਵਾਬ ਕੋਈ ਨਹੀਂ ਸਰਕਾਰ ਕੋਲ ਜਵਾਬ ਕੋਈ ਨਹੀਂ ਹੈਗਾ ਉਹ ਅੜੀ ਤੇ ਬੈਠੇ ਆ ਕਿਉਂਕਿ ਉਹ ਆਪਣੀ ਜਿਹੜੀ ਸਮਝ ਤੇ ਸੋਚ ਗਿਰਵੀ ਰੱਖ ਚੁੱਕੇ ਆ ਵੇਚ ਚੁੱਕੇ ਆ ਕਾਰਪੋਰੇਟਾਂ ਨੂੰ ਗਿਰਵੀ ਰੱਖਤੀ ਆ ਉਹ ਨਹੀਂ ਬੋਲ ਰਹੇ ਉਹ ਕਾਰਪੋਰੇਟਾਂ ਦੇ ਤੂਤੇ ਬੋਲ ਰਹੇ ਆ ਉਹਨਾਂ ਦੇ ਰਾਹੀਂ ਕਾਰਪੋਰੇਟ ਬੋਲ ਰਿਹਾ ਇਸੇ ਕਰਕੇ ਸਾਰਾ ਸਿਆਪਾ ਖੜਾ ਹੋਇਆ ਪ੍ਰੋਫੈਸਰ ਸਾਹਿਬ ਅਸੀਂ ਨਨਕਾਣਾ ਸਾਹਿਬ ਜਿਹੜਾ ਜੱਥਾ ਹੈ ਉਹ ਰਵਾਨਾ ਹੋਣ ਤੋਂ ਪਹਿਲਾਂ ਹੀ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਰੋਕ ਲਗਾ ਦਿੱਤੀ ਗਈ ਉਸ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ ਕਿ ਉਹ ਜੱਥਾ ਅੱਜ ਦੇ ਦਿਨ ਦੀ ਲਾਸਟ ਉਹਨਾਂ ਨੇ ਕਿਹਾ ਔਰ ਬਕਾਇਦਾ ਬੀਬੀ ਜਾਗੀਰ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਮੈਂ ਤਾਂ ਇਤਿਹਾਸ ਦੀਆਂ ਕਿਤਾਬਾਂ ਵੀ ਭੇਜਣ ਲੱਗੀ ਹਾਂ ਮੋਦੀ ਜੀ ਨੂੰ ਵੀ ਜਿਹਨਾਂ ਨੂੰ ਨਹੀਂ ਪਤਾ ਵੀ ਸਾਡਾ ਇੱਥੇ ਜਾਣਾ ਜ਼ਰੂਰੀ ਕਿਉਂ ਹੈ ਤੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਜਥੇਦਾਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਅੱਜ ਦਾ ਆਖਰੀ ਦਿਨ ਅਸੀਂ ਇੰਤਜ਼ਾਰ ਕਰਾਂਗੇ ਵੀ ਉਹ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਪਰਮਿਸ਼ਨ ਦੇਣ ਜਥੇ ਨੂੰ ਜਾਂਦੇ ਜਥਾ ਅੰਮ੍ਰਿਤਸਰ ਖੜਾ ਹੋਇਆ ਗੇਟ ਨਹੀਂ ਖੋਲੇ ਜਾ ਰਹੇ ਸੋ ਕੀ ਇਸ ਖਬਰ ਦੇ ਵਿੱਚ ਨਿਕਲ ਰਿਹਾ ਲੱਗਦਾ ਕਿ ਪਰਮਿਸ਼ਨ ਮਿਲ ਜਾਏਗੀ ਦੇਖੋ ਕਰਤਾਰਪੁਰ ਲਾਂਘੇ ਨੂੰ ਵੀ ਇਹਨਾਂ ਨੇ ਬੰਦ ਕੀਤਾ ਹੈ ਜ਼ਬਰਦਸਤੀ ਬੰਦ ਕੀਤਾ ਹੋਇਆ ਔਰ ਬੜੇ ਫੈਨ ਫੇਅਰ ਦੇ ਨਾਲ ਖੁਦ ਪ੍ਰਧਾਨ ਮੰਤਰੀ ਆ ਕੇ ਕਰਤਾਰਪੁਰ ਲਾਂਘੇ ਨੂੰ ਖੋਲ ਕੇ ਗਏ ਸੀ ਇਨੈਗੂਰੇਟ ਕਰਕੇ ਗਏ ਸੀ ਉਹੀ ਹਾਲਤ ਹੁਣ ਨਨਕਾਣਾ ਸਾਹਿਬ ਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਪਾਕਿਸਤਾਨ ਤੇ ਇੰਨੀ ਬੇਭਰੋਸਗੀ ਬੇਵਿਸ਼ਵਾਸੀ ਕਿਉਂ ਉਹ ਪੰਜਾਬੀ ਭਾਈ ਉਧਰ ਬੜੀ ਵੱਡੀ ਗਿਣਤੀ 'ਚ ਬੈਠੇ ਆ ਇਹੀ ਪਾਕਿਸਤਾਨ ਕੱਲ ਤੱਕ ਸਾਡੇ ਨਾਲ ਸਾਡਾ ਹਿੱਸਾ ਸੀ ਸਦੀਆਂ ਤੋਂ ਸਾਡਾ ਹਿੱਸਾ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਫਗਾਨਿਸਤਾਨ ਤੱਕ ਸੀ ਇਹ ਸਾਰਾ ਤੇ ਪੰਜਾਬ ਦਾ ਹੀ ਹਿੱਸਾ ਸੀਗਾ ਸਾਰਾ ਕੁਝ ਹੁਣ ਤੁਸੀਂ ਅਚਾਨਕ ਤੁਹਾਨੂੰ ਲੱਗਦਾ ਕਿ ਉਹ ਸਾਡਾ ਜਾਨੀ ਦੁਸ਼ਮਣ ਕਿ ਜਿਹਦੇ ਨਾਲ ਜਾਨੀ ਸਾਨੂੰ ਵੇ ਵਰਗਾ ਲੱਗਦਾ ਜ਼ਹਿਰ ਵਰਗਾ ਲੱਗਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਡੇ ਸਾਰੇ ਚਪੜੂਸੀਆਂ ਦੇ ਨਾਲ ਸਾਡੀ ਮਿੱਤਰਤਾ ਹੋਣੀ ਚਾਹੀਦੀ ਸਾਡੀ ਦੋਸਤੀ ਹੋਣੀ ਚਾਹੀਦੀ ਤੁਸੀਂ ਆਪਣਾ ਸੋਚੋ ਤੁਹਾਡੇ ਆਂਢ ਗੁਆਂਢ ਨਾਲ ਸਾਰਿਆਂ ਨਾਲ ਲੜਾਈ ਹੋਵੇ ਤੇ ਤੁਹਾਡੇ ਘਰ 'ਚ ਸ਼ਾਂਤੀ ਰਹੂਗੀ ਕਦੀ ਵੀ ਨਹੀਂ ਹੋ ਸਕਦੀ ਇਸ ਕਰਕੇ ਤੁਹਾਨੂੰ ਆਪਾਂ ਆਂਢ ਆਸ ਪੜੋਸ ਦੇਸ਼ ਦੇ ਵਿੱਚ ਇਹੋ ਜਿਹੇ ਬੀਜ ਬੀਜਾਂਗੇ ਕਿ ਨਫ਼ਰਤ ਦੇ ਬੀਜ ਲੜਾਈਆਂ ਵਾਲੀਆਂ ਗੱਲਾਂ ਉਧਰ ਚੀਨ ਨਾਲ ਲੜਾਈ ਉਧਰ ਪਾਕਿਸਤਾਨ ਨਾਲ ਲੜਾਈ ਉਧਰ ਕਿਸੇ ਹੋਰ ਨਾਲ ਲੜਾਈ ਇਹਦਾ ਨੇਪਾਲ ਨਾਲ ਵੀ ਉਹ ਸਾਡੇ ਕਲੇਮ ਕਰ ਰਹੇ ਆ ਨਵਾਂ ਨਕਸ਼ਾ ਬਣਾਤਾ ਕਿ ਸਾਡਾ ਲਿਪੂ ਲੇਖ ਵਗੈਰਾ ਏਰੀਆ ਸਾਨੂੰ ਵਾਪਸ ਕਰੋ ਤੇ ਜੇ ਚਾਰੇ ਪਾਸੇ ਲੜ ਕੇ ਰਵਾਂਗੇ ਤਾਂ ਫਿਰ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੁਣ ਮੈਨੂੰ ਤੇ ਇਸ ਗੱਲ ਦੀ ਬਿਲਕੁਲ ਸਮਝ ਬਿਲਕੁਲ ਨਹੀਂ ਆਉਂਦੀ ਸ਼ਹਿਰੀ ਕਿ ਤੁਸੀਂ ਲਾਸਟ ਮੂਮੈਂਟ ਤੇ ਦੇਖੋ ਇਹ ਅਪਲਾਈ 16 ਤਰੀਕ ਨੂੰ ਕੀਤਾ ਪਤਾ ਨਹੀਂ ਮੇਰਾ ਖਿਆਲ 12-13 ਤਰੀਕ ਨੂੰ ਕੀਤਾ ਗਿਆ ਸੀ ਤੇ 18 ਨੂੰ ਇੱਥੋਂ ਜੱਥਾ ਜਾਣਾ ਸੀ 17 ਨੂੰ ਸ਼ਾਮ ਨੂੰ 6:30 ਵਜੇ ਫੈਕਸ ਆ ਜਾਂਦੀ ਪਹਿਲਾਂ ਦਿੱਤੀ ਨਹੀਂ 4-5 ਦਿਨ ਕੋਈ ਵੀ ਫੈਕਸ 12 ਤਰੀਕ ਨੂੰ ਅਪਲਾਈ ਕੀਤਾ ਸੀ ਤੇ ਉਦੋਂ 6:30 ਵਜੇ ਆਉਂਦੀ ਬੰਦੇ ਆ ਕੇ ਬੈਠੇ ਹੋਏ ਆ ਉਹਨਾਂ ਨੇ ਉਹ ਜਿਹੜੇ ਲੋਦੇ ਲਾਦੇ ਲਵਾਉਣੇ ਆ ਕਿ ਕਰੋਨਾ ਨਾ ਹੋਵੇ ਉਧਰ ਨਾ ਚਲੇ ਜੀ ਜਿਹੜਾ ਵੀਜ਼ਾ ਲੈਣ ਲਈ ਜਿਹੜੀ ਜ਼ਰੂਰੀ ਹੈਗੀਆਂ ਫਾਰਮੈਲਿਟੀਜ਼ ਉਹ ਸਾਰੀਆਂ ਕਰੀ ਬੈਠੇ ਹੋ ਆਪਣੇ ਟੀਕੇ ਲਵਾ ਕੇ ਬੈਠੇ ਆ ਕਿ ਉੱਥੇ ਔਰ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਆਇਆ ਭਾਵ ਜਿਹੜੀਆਂ ਧਾਰਮਿਕ ਸੈਂਟੀਮੈਂਟਸ ਹੁੰਦੇ ਲੋਕਾਂ ਦੀਆਂ ਭਾਵਨਾਵਾਂ ਹੈਗੀਆਂ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਆ ਗੁਰੂ ਨਾਨਕ ਸਾਰਿਆਂ ਦਾ ਸਾਂਝਾ ਨਾਨਕ ਸਭ ਦਾ ਸਾਂਝਾ ਉਹਦੇ ਚ ਮੁਸਲਮਾਨ ਵੀ ਉਹਨਾਂ ਦੇ ਉਹਨੇ ਪੰਛੇ ਕਿਹਾ ਜਿੰਨੇ ਹਿੰਦੂ ਆ ਜਿੰਨੇ ਸਿੱਖ ਆ ਉਹ ਸਾਡਾ ਕੋਈ ਨਿੱਜੀ ਆਪਣੇ ਗੁਰੂ ਨਹੀਂ ਹੈ ਕਿ ਸਿਰਫ ਸਿੱਖੀ ਦੇ ਗੁਰੂ ਹੈਗੇ ਉਹ ਸਰਬ ਗੁਰੂ ਹੈਗੇ ਤੇ ਜਿਵੇਂ ਮੈਨੂੰ ਤੇ ਸਿੱਖ ਧਰਮ ਵੀ ਸਿੱਖ ਪਾਤ ਵੀ ਸਰਵ ਧਰਮ ਦਾ ਪਾਥ ਜਿਹੜਾ ਲੱਗਦਾ ਰਾਸਤਾ ਲੱਗਦਾ ਉਹ ਸਿੱਖ ਪੰਥ ਹੈ ਸਿੱਖ ਰਸਤਾ ਹੈਗਾ ਕੋਈ ਉਹ ਸਿੱਖੀ ਧਰਮ ਨਹੀਂ ਹੈ ਉਸ ਸੈਂਸ ਦੇ ਵਿੱਚ ਕਿ ਬਾਕੀ ਦੇ ਬਾਹਰ ਤੇ ਦੂਜਿਆਂ ਨਾਲ ਸਾਡੀ ਲੜਾਈ ਤੇ ਅਸੀਂ ਸਭ ਤੋਂ ਚੰਗੇ ਇਸ ਤਰ੍ਹਾਂ ਨਹੀਂ ਕਿ ਪ੍ਰੋਫੈਸਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਹੈ ਕਿ ਜਦੋਂ ਕੁੰਭ ਦਾ ਮੇਲਾ ਹੋਣਾ ਮਾਰਚ ਦੇ ਵਿੱਚ ਤੇ ਉਹਦੇ ਵਿੱਚ ਤਾਂ ਹਜ਼ਾਰਾਂ ਤੇ ਪਤਾ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਜਾਣੇ ਨੇ ਤੇ ਉਹਨਾਂ ਤੇ ਰੋਕ ਕਿਉਂ ਨਹੀਂ ਸਾਡੇ ਤੇ ਰੋਕ ਕਿਉਂ ਬਹੁਤ ਘੱਟ ਸਮਾਂ ਰਹਿ ਗਿਆ ਪ੍ਰੋਫੈਸਰ ਮਨਜੀਤ ਜੀ ਆਪਾਂ ਇਸ ਮੁੱਦੇ ਤੇ ਗੱਲ ਕਰਕੇ ਫਿਰ ਮਹਿੰਗਾਈ ਦੇ ਮੁੱਦੇ ਤੇ ਵੀ ਥੋੜੀ ਜਿਹੀ ਗੱਲ ਕਰਨੇ ਸੋ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਪਲੀਜ਼ ਬਿਆਨ ਕਰੋ ਹਾਂ ਬਿਲਕੁਲ ਮੈਂ ਤੇ ਇਹੋ ਕਹਿਣਾ ਚਾਹੁੰਦਾ ਕਿ ਦੁਬਾਰਾ ਉਹਨਾਂ ਨੇ ਅਪਲਾਈ ਕੀਤਾ ਇਹ ਤੇ ਬਿਲਕੁਲ ਨਾ ਸੋਚੀ ਜੀ ਗੱਲ ਆ ਬਿਲਕੁਲ ਮਾਇਓਪਿਕ ਜਿਹਨੂੰ ਸੋਚ ਕਹਿੰਦੇ ਆ ਘੱਟ ਸੋਚ ਦਾ ਨਤੀਜਾ ਹੈਗਾ ਕੁਦਰਤੀ ਹੈ ਜੇ ਤੁਸੀਂ ਇੰਜ ਕਰੋਗੇ ਤੇ ਇੱਕ ਸਿੱਖਾਂ ਦੇ ਵਿੱਚ ਭਾਵਨਾ ਜਾਊਗੀ ਕਿ ਸਰਕਾਰ ਜਿਹੜੀ ਆ ਇਹ ਸਿੱਖਾਂ ਦੇ ਵਿਰੁੱਧ ਸਰਕਾਰ ਹੈ ਜਿਵੇਂ ਸਾਡੇ ਇੱਕ ਕਾਲਰ ਕਹਿ ਹੀ ਰਹੇ ਸੀਗੇ ਇਹ ਭਾਵਨਾ ਨਹੀਂ ਜਾਣੀ ਚਾਹੀਦੀ ਕਿਉਂਕਿ ਤਾਂ ਹੀ ਦੇਸ਼ ਖੁਸ਼ੀ ਵੀ ਰਹੂਗਾ ਖੁਸ਼ ਵੀ ਰਹੂਗਾ ਸ਼ਾਂਤੀ ਵੀ ਰਹੂਗੀ ਦੇਸ਼ ਦੀ ਏਕਤਾ ਵੀ ਰਹੂਗੀ ਜੇ ਅਸੀਂ ਸਭ ਧਰਮਾਂ ਨੂੰ ਸਭ ਫਿਰਕਿਆਂ ਨੂੰ ਸਭ ਮਜ਼ਹਬਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਇਹਨਾਂ ਨੂੰ ਤੁਰੰਤ ਕਿਉਂਕਿ ਅਜੇ 21 ਤਰੀਕ ਆ ਇਹ ਸ਼ਤਾਬਦੀ ਹੈਗੀ ਹੈ 100 ਸਾਲਾ ਹੈਗਾ ਤੇ 21 ਤਰੀਕ ਨੂੰ ਜਾ ਕੇ ਜਿਹੜਾ ਮਨਾਇਆ ਜਾਣਾ ਤੇ ਉਦੋਂ ਤੱਕ ਜਾਨੀ ਅਜੇ ਇੱਕ ਅੱਧੇ ਦਿਨ ਚ ਹੋਰ ਚ ਵੀ ਜੇ ਅਲਾਓ ਕਰ ਦੇਣ ਕਿ ਤੁਰੰਤ ਵਾਗਾ ਕਿਹੜਾ ਦੂਰ ਹੈ ਨਾਲ ਹੀ ਤੇ ਵਾਗਾ ਹੈਗਾ ਚਲੇ ਜਾਣਗੇ ਸੰਤਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ ਮੈਂ ਇਹ ਵੀ ਕਹੂੰਗਾ ਬਿਲਕੁਲ ਪ੍ਰੋਫੈਸਰ ਸਾਹਿਬ ਕਾਲਰ ਆਪਣੇ ਨਾਲ ਜੁੜੇ ਨੇ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਕਹਿਣਾ ਚਾਹ ਰਹੇ ਹੋ ਜੀ? ਸਰ ਸਮਾਂ ਬਹੁਤ ਥੋੜਾ ਹੈ, ਥੋੜੇ ਸ਼ਬਦਾਂ 'ਚ ਆਪਣੀ ਗੱਲ ਕੰਪਲੀਟ ਕਰ ਦਿਓ ਪਲੀਜ਼। ਪ੍ਰੋਫੈਸਰ ਸਾਹਿਬ, ਇੱਕੋ ਹੀ ਕੁਐਸਚਨ ਹੈ ਕਿ ਪੋਲੀਟੀਕਲ ਸਿਸਟਮ ਦੇ ਲਿਹਾਜ਼ ਦੇ ਨਾਲ ਜਦੋਂ ਤੁਸੀਂ ਇੱਕ ਲਕਸ਼ ਤੇ ਲੜਦੇ ਆ, ਜਿੱਦਾਂ ਕਿਸਾਨੀ ਮੋਰਚਾ ਇੱਕ ਸਾਡਾ ਲਕਸ਼ ਹੈ, ਉਸ ਲਕਸ਼ ਤੇ ਸਾਨੂੰ ਰਹਿਣਾ ਚਾਹੀਦਾ ਹੈ। ਜਦੋਂ ਜਿਵੇਂ ਹੁਣ ਲਾਲ ਕਿਲੇ ਵਾਲਾ ਵੀ, ਮੈਂ ਤਾਂ ਇਹਦੇ ਵੀ ਅਗੇਂਸਟ ਹੈ ਕਿਉਂਕਿ ਉਹਦੇ ਨਾਲ ਵੀ ਬਹੁਤ ਘਾਟਾ ਪਿਆ। ਤੇ ਨੰਬਰ 2 ਤੇ ਜਿਹੜਾ ਨਨਕਾਣਾ ਸਾਹਿਬ ਆ ਕੰਮ ਚੱਲਦਾ, ਇਹ ਜਿਹੀਆਂ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ ਕਿਉਂਕਿ ਸਰਕਾਰੀ ਗੁੰਮਰਾਹ ਕੀਤੀਆਂ ਹੋਈਆਂ ਚੀਜ਼ਾਂ ਆ ਜਿਹੜੀਆਂ ਸਾਡੇ ਇਸ ਅੰਦੋਲਨ ਨੂੰ ਪੋਲੀਟੀਕਲ ਸਿਸਟਮ ਦੇ ਲਿਹਾਜ਼ ਨਾਲ ਬਹੁਤ ਵੱਡੀ ਠੇਸ ਪਹੁੰਚਾਊਗੀ। ਕਿਉਂਕਿ ਆਪਣੇ ਏਮ ਤੇ ਰਹਿਣਾ ਚਾਹੀਦਾ। ਲਕਸ਼ ਤੁਹਾਡਾ ਇਸ ਵੇਲੇ ਕਿਸਾਨੀ ਅੰਦੋਲਨ ਦਾ ਤੇ ਉਹਨਾਂ ਨੂੰ ਕੈਂਸਲ ਕਰਾਉਣ ਦਾ, ਕਿਉਂਕਿ ਅਸੀਂ ਹੁਣ ਇਹਨਾਂ ਭਾਵਨਾ ਦੇ ਵਿੱਚ ਕੋਈ ਵਾਇਲੈਂਸ ਹੋ ਜੇ ਜਾ ਕੇ ਪਾਕਿਸਤਾਨ ਦੇ ਵਿੱਚ, ਉਹ ਫੇਰ ਸਾਡੇ ਤੇ ਉਹ ਦੋਸ਼ ਆਊਗਾ। ਸੋ ਇਹਨਾਂ ਚੀਜ਼ਾਂ ਤੋਂ ਬੜਾ ਵਾਚ ਆਊਟ ਰਹਿਣਾ ਪੈਣਾ ਹੈ ਕਿਉਂਕਿ ਤੁਸੀਂ ਤਾਂ ਪ੍ਰੋਫੈਸਰ ਆ, ਪੋਲੀਟੀਕਲ ਦੇ ਬਾਰੇ ਕਾਫੀ ਨੌਲੇਜ ਰੱਖਦੇ ਆ। ਸਿਸਟਮੈਟਿਕਲੀ ਇਹਨੂੰ ਕਹਿੰਦੇ ਸੀਕੁਐਂਸੀ ਆਫ ਥਾਟਸ, ਕਿਉਂਕਿ ਜਦੋਂ ਤੁਹਾਡੇ ਸੀਕੁਐਂਸੀ ਆਫ ਥਾਟਸ ਜ਼ੀਰੋ ਹੋ ਜਾਂਦੇ ਆ ਤਾਂ ਪੋਲੀਟੀਕਲ ਜਿਹੜੇ ਲੋਕ ਹੁੰਦੇ ਆ, ਪੋਲੀਟੀਸ਼ੀਅਨ ਜਿਹੜੇ ਬੜੀਆਂ ਬੜੀਆਂ ਡਿਗਰੀਆਂ ਲੈ ਕੇ ਇਹਨਾਂ ਦੇ ਪਿੱਛੇ ਕੰਮ ਕਰਦੇ ਡਿਪਲੋਮੈਟਿਕ ਦੀਆਂ, ਉਹ ਬੜੇ ਸਮਾਰਟ ਹੁੰਦੇ ਆ। ਉਹ ਸਾਡੀਆਂ ਭਾਵਨਾ ਨੂੰ ਉਹਨਾਂ ਨਾਲ ਖੇਲਦੇ ਆ। ਸੋ ਇਸ ਕਰਕੇ ਸਾਡਾ ਏਮ ਆ ਜਿਹੜਾ ਉਹ ਇਹੀ ਹੋਣਾ ਚਾਹੀਦਾ। ਮੈਂ ਤਾਂ ਜਵਾਬ ਮੰਗਦਾ ਕਿ ਕੀ ਇਹ ਐਕਸੈਪਟੇਬਲ ਆ ਇਹ ਚੀਜ਼ਾਂ? ਨਨਕਾਣਾ ਜਾਂ 26 ਜਨਵਰੀ ਨੂੰ ਅਸੀਂ ਉਸੇ ਦਿਨ ਹੀ ਮਨਾਉਣਾ ਸੀ। ਮੈਂ ਕਹਿੰਦਾ ਮੈਂ ਇਸ ਚੀਜ਼ ਦੇ ਅਗੇਂਸਟ ਨਹੀਂ, ਪਰ ਉਹਦਾ ਸਾਨੂੰ ਡੈਮੇਜ ਬਹੁਤ ਹੋਇਆ। ਦੋ ਚੀਜ਼ਾਂ ਦਾ ਹਮੇਸ਼ਾ ਨਿਬੇੜਾ ਹੁੰਦਾ। ਤੁਸੀਂ ਆਪਣੇ ਟਾਕ ਸ਼ੋਅ 'ਚ ਵੀ ਮੈਂ ਤੁਹਾਨੂੰ ਸੁਣਦਾ ਹੁੰਦਾ, ਕਹਿੰਦੇ ਆ ਕਿ ਨਿਬੇੜਾ ਕਰਨਾ ਚਾਹੀਦਾ। ਭਾਈ ਕਿੰਨੀਆਂ ਨੈਗੇਟਿਵ ਹੈ, ਕਿੰਨੀਆਂ ਪੋਜ਼ਿਟਿਵ ਚੀਜ਼ਾਂ, ਕਿੰਨਾ ਸਾਨੂੰ ਨਫਾ, ਕਿੰਨਾ ਨੁਕਸਾਨ। ਮੇਰੇ ਤਾਂ ਇਹੀ ਵਿਚਾਰ ਆ ਜੀ। ਜੀ ਸਰ, ਬਿਲਕੁਲ ਤੁਸੀਂ ਟੀਵੀ ਤੇ ਸੁਣ ਸਕਦੇ ਹੋ। ਪ੍ਰੋਫੈਸਰ ਸਾਹਿਬ ਕੋਲੋਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਲਿਆ ਜਾਏਗਾ। ਸੋ ਪ੍ਰੋਫੈਸਰ ਸਾਹਿਬ, ਇਹ ਕਾਲਰਸ ਆਪਣੇ ਨਾਲ ਜੁੜੇ ਹੋਏ ਸੀਗੇ, ਸੋ ਇਹਨਾਂ ਨੇ ਤੁਹਾਡੇ ਅੱਗੇ ਜੋ ਸਵਾਲ ਰੱਖਿਆ, ਮੈਂ ਕਹਾਂਗੀ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਤੁਸੀਂ ਇਸ ਦਾ ਜਵਾਬ ਉਹਨਾਂ ਨੂੰ ਇੱਕ ਵਾਰੀ ਦੇ ਦਿਓ। ਨਹੀਂ, ਬਿਲਕੁਲ ਦੋ ਗੱਲਾਂ ਅਲੱਗ ਆ। ਦੇਖੋ, ਜੇ ਆਪਾਂ ਕਿਸਾਨ ਵੀਰ ਸਾਡੇ ਲੱਗੇ ਹੋਏ ਆ, ਉੱਥੇ ਵੀ ਮੈਂ ਤੇ ਦੇਖਿਆ ਕਿ ਬਹੁਤ ਸਾਰੇ ਕੀਰਤਨ ਹੁੰਦੇ ਆ ਸਿੰਘੂ ਬਾਰਡਰ ਤੇ ਸਟੇਜ ਦੇ ਤੋਂ। ਮਤਲਬ ਇਹ ਨਹੀਂ ਕਿ ਉੱਥੇ ਸਿੱਖੀ ਅਸੀਂ ਪੰਜਾਬ 'ਚ ਛੱਡ ਗਏ, ਉੱਥੇ ਨਾਲ ਨਹੀਂ ਗਈ। ਇਸ ਭਾਵਨਾ ਨੂੰ ਤੁਸੀਂ ਛੱਡ ਨਹੀਂ ਸਕਦੇ। ਇਹ ਸਾਡੀ ਇੱਕ ਬਹੁਤ ਵੱਡੀ ਮਰਿਆਦਾ ਹੈਗੀ ਆ। ਸਿੱਖ ਜਿਹੜਾ ਇੱਥੇ ਹੈਗਾ ਉਹ ਇੱਕ ਵਿਚਾਰ ਹੈ, ਉਹ ਇੱਕ ਫਲਸਫਾ, ਇੱਕ ਮਾਰਗ ਹੈ, ਜੀਣ ਦਾ ਤਰੀਕਾ ਹੈਗਾ। ਉਸਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ। ਜੇ ਉਸਨੂੰ ਇੱਕ ਨਤਮਸਤਕ ਹੋਣ ਲਈ ਜਾਂ ਉਸ ਦੀ ਸ਼ਤਾਬਦੀ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਜਦੋਂ ਉਹ ਗੁਰਦੁਆਰਾ ਲਿਬਰੇਟ ਕਰਾਇਆ ਗਿਆ ਨਨਕਾਣਾ ਸਾਹਿਬ, ਮਤਲਬ ਜਿੱਥੇ ਉਹਨਾਂ ਦਾ ਜਨਮ ਗੁਰੂ ਨਾਨਕ ਦੇਵ ਜੀ ਦਾ ਹੁੰਦਾ, ਤੇ ਉਹ ਇੱਕ ਧਾਰਮਿਕ ਸੈਂਟੀਮੈਂਟਸ ਹੈ। ਆਪਾਂ ਉਹਨਾਂ ਨੂੰ ਕਹੀਏ ਕਿ ਨਹੀਂ ਇਹਨਾਂ ਨੂੰ ਸਾਨੂੰ ਛੱਡ ਦੇਣਾ ਚਾਹੀਦਾ, ਉਹ ਸਾਡੇ ਕਹਿਣ ਨਾਲ ਨਹੀਂ ਹੋਊਗਾ। ਮੈਂ ਕਹਾਂ ਜਾਂ ਨਾ ਕਹਾਂ, ਉਹ ਹੈ ਤੇ ਹੈ। ਮੇਰਾ ਖਿਆਲ ਹੈ ਕਿ ਸਰਕਾਰ ਨੂੰ, ਕਿਉਂਕਿ ਸਾਡੇ ਇਹ ਕੋਈ ਗੈਰ ਸੰਵਿਧਾਨਕ ਚੀਜ਼ ਨਹੀਂ ਹੈ। ਸੰਵਿਧਾਨ 'ਚ ਲਿਖਿਆ ਹੋਇਆ ਸਾਰਾ ਕੁਝ, ਉਸ ਦੇ ਮੁਤਾਬਕ ਹੀ ਜੋ ਸੰਵਿਧਾਨ 'ਚ ਲਿਖਿਆ ਉਸ ਨੂੰ ਉਹ ਲੋਕ ਇਸ ਗੱਲ ਦੀ ਉਮੀਦ ਰੱਖਦੇ ਆ। ਤੇ ਮੇਰਾ ਖਿਆਲ ਹੈ ਕਿ ਸਾਨੂੰ ਕਿਸਾਨਾਂ ਦੀ ਜਿਹੜੀ ਮੂਵਮੈਂਟ ਹੈ, ਜਿਵੇਂ ਮੈਂ ਪਹਿਲਾਂ ਕਿਹਾ, ਉਹ ਇੱਕ ਸਰਬ ਧਰਮ, ਸਰਬ ਜਾਤ, ਸਰਬ ਲੋਕ, ਉਹ ਜਨ ਅੰਦੋਲਨ ਹੈਗਾ। ਉਹਦੇ 'ਚ ਕੋਈ ਭਾਸ਼ਾ, ਕੋਈ ਜਾਤ, ਕੋਈ ਧਰਮ ਦਾ ਮਤਲਬ ਨਹੀਂ ਹੈਗਾ। ਪਰ ਜਿੱਥੇ ਤੱਕ ਇਹ ਕਿਤੇ ਧਾਰਮਿਕ ਜਿਹੜਾ ਕਿਤੇ ਤੀਰਥ ਯਾਤਰਾ ਜਿਸ ਤਰ੍ਹਾਂ ਜਾਂਦੇ ਆ, ਕਿਤੇ ਨਾ ਕਿਤੇ ਮੰਦਿਰ ਜਾਂਦੇ ਆ, ਦੇਵੀ ਦੇ ਜਾਂਦੇ ਆ, ਜਿਸ ਤਰ੍ਹਾਂ ਤੁਸੀਂ ਕੁੰਭ ਦਾ ਮੇਲਾ, ਇਹਨੂੰ ਤੁਸੀਂ ਰੋਕ ਨਹੀਂ ਸਕਦੇ ਜਦ ਤੱਕ ਲੋਕ ਖੁਦ ਹੀ ਆਪਣੇ ਤੌਰ ਤੇ ਕੋਈ ਛੱਡਣਾ ਚਾਹੇ, ਕੋਈ ਫੜਨਾ ਚਾਹੇ, ਉਹ ਗੱਲ ਅਲੱਗ ਹੈਗੀ ਆ ਜੀ। ਭਾਵਨਾਵਾਂ ਨੂੰ ਅਸੀਂ ਛੱਡ ਨਹੀਂ ਸਕਦੇ। ਹਾਂਜੀ, ਬਿਲਕੁਲ। ਪ੍ਰੋਫੈਸਰ ਸਾਹਿਬ, ਆਖਿਰ ਦੇ ਵਿੱਚ ਅਸੀਂ ਗੱਲ ਕਰ ਲਈ ਕਿ ਪੈਟਰੋਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਉਛਾਲ ਜਿਸ ਤਰੀਕੇ ਨਾਲ ਮਾਰ ਰਹੀਆਂ ਨੇ, ਮਹਿੰਗਾਈ ਜਿਹੜੀ ਹੈ ਉਹ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ। ਕੀ ਬਣੂਗਾ? ਕੇਂਦਰ ਸਰਕਾਰ ਜਿਹੜੀ ਹੈ, ਮੋਦੀ ਸਰਕਾਰ, ਇਸ ਵੱਲ ਗੌਰ ਕਿਉਂ ਨਹੀਂ ਕਰ ਰਹੀ? ਕਿਉਂ ਇੱਕ ਤੋਂ ਬਾਅਦ ਇੱਕ ਮਾਰ ਜਿਹੜੀ ਹੈ ਉਹ ਲੋਕਾਂ ਤੇ ਪਈ ਜਾ ਰਹੀ ਹੈ? ਸ਼ਹਿਰੀ ਲੁੱਟਣਾ ਸ਼ੁਰੂ ਕੀਤਾ ਹੋਇਆ, ਹੋਰ ਕੀ ਹੈ। ਔਰ ਲੁੱਟ ਵੀ ਦੋਵੇਂ ਹੱਥੀ। ਮੈਨੂੰ ਕੋਈ ਇੱਥੇ ਹੁਣੇ ਅੰਕੜੇ ਦੱਸ ਰਿਹਾ ਸੀ ਕਿ ਤਕਰੀਬਨ 18 ਤੋਂ 20 ਲੱਖ ਕਰੋੜ ਰੁਪਈਆ ਸਰਕਾਰ ਕੱਲੇ ਤੇਲ ਚੋਂ ਇਕੱਠਾ ਕਰ ਗਈ ਹੈ। ਟੈਕਸ ਲਾ ਕੇ, ਸੈਸ ਲਾ ਕੇ, ਹੋਰ ਡਿਊਟੀਆਂ ਲਾ ਕੇ। ਬਹੁਤ ਵੱਡਾ ਟੈਕਸ ਸਾਡੇ ਤੇ ਇੱਥੇ ਹੈਗਾ। ਜਿਸ ਦਿਨ ਕੁਝ ਸਾਲ ਪਹਿਲਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 93 ਰੁਪਏ ਪ੍ਰਤੀ ਬੈਰਲ ਕੱਚਾ ਤੇਲ ਸੀ। ਮੈਂ ਦੱਸ ਦਿਆਂ ਇੱਥੇ ਕਿ 86% ਤੇਲ ਅਸੀਂ ਇੰਪੋਰਟ ਕਰਦੇ ਹਾਂ, ਸਿਰਫ 14% ਤੇਲ ਅਸੀਂ ਆਪਣਾ ਪੈਦਾ ਕਰਦੇ ਹਾਂ। ਤੇ ਉਹਦੇ ਚ ਜਿਹੜਾ ਇੰਪੋਰਟ ਕਰਦੇ ਹਾਂ ਉਹਦਾ ਬਿੱਲ ਤੇ ਕੁਦਰਤੀ, ਤੇ ਉਦੋਂ ਸਾਡੀ ਜਿਹੜੀ 71 ਰੁਪਏ ਪਰ ਲੀਟਰ ਕੀਮਤ ਸੀ ਦੇਸ਼ ਦੇ ਅੰਦਰ, ਜਦੋਂ 93 ਰੁਪਏ ਬੈਰਲ ਦਾ ਇੰਪੋਰਟ ਦਾ ਵੈਲਿਊ ਸੀਗੀ ਇੰਟਰਨੈਸ਼ਨਲ ਮਾਰਕੀਟ। ਹੁਣ ਜਦੋਂ ਕਿ ਸਾਡੀ 56 ਰੁਪਏ ਜਾਂ ਥੋੜੀ ਜਿਹੀ 63 ਸ਼ਾਇਦ, ਹਾਂ 63 ਰੁਪਏ ਬੈਰਲ ਦੀ ਕੀਮਤ ਹੈਗੀ ਆ, ਜਿਹੜੀ ਪਹਿਲਾਂ ਨਾਲੋਂ $30 ਘੱਟ ਹੈਗੀ ਆ। ਤੇ ਇਸ ਵੇਲੇ 100 ਰੁਪਏ ਤੋਂ ਉੱਪਰ ਪਰ ਲੀਟਰ ਪੈਟਰੋਲ ਚਲਾ ਗਿਆ। ਇਹ ਕਿੱਥੋਂ ਦਾ ਪ੍ਰਿੰਸੀਪਲ ਹੈਗਾ? ਤੁਸੀਂ ਜੇ ਮਾਰਕੀਟ ਦੇ ਉੱਤੇ ਪ੍ਰਾਈਸਿਸ ਨੂੰ ਛੱਡਤਾ ਕਿ ਮਾਰਕੀਟ ਤੈਅ ਕਰੂਗੀ, ਤਾਂ ਮਾਰਕੀਟ ਨੂੰ ਪਲੇ ਕਰਨ ਦਿਓ ਨਾ। ਜਦੋਂ 30 ਡਾਲਰ ਪਰ ਬੈਰਲ ਕੀਮਤ ਆ ਗਈ ਸੀ, ਬਹੁਤ ਲੋ ਆ ਗਈ ਸੀ ਇੰਟਰਨੈਸ਼ਨਲ ਮਾਰਕੀਟ, ਉਹ ਕਿਉਂ ਨਹੀਂ ਦਿੱਤਾ?
ਤੁਸੀਂ ਲੋਕਾਂ ਨੂੰ ਨੁਕਸਾਨ ਕਰਾਉਣਾ ਕੀਮਤਾਂ ਚੜੀਆਂ ਦਾ, ਤੇ ਜਦੋਂ ਥੱਲੇ ਆਉਂਦੀ ਉਹਦਾ ਫਾਇਦਾ ਵੀ ਦਿਓ। ਇਹ ਨਹੀਂ ਹੋ ਰਿਹਾ। ਮੈਨੂੰ ਤੇ ਲੱਗਦਾ ਪੈਟਰੋਲ ਨੂੰ ਤੇ ਅੱਗ ਲੱਗ ਗਈ ਇੱਥੇ ਸੱਚੀ। ਕੀਮਤਾਂ ਇੰਨੀਆਂ ਜ਼ਿਆਦਾ ਹੋ ਗਈਆਂ, ਲੋਕ ਤਰਾ ਕਰ ਰਹੇ ਆ। ਆ ਜਿਹੜੇ ਬੱਚੇ ਘਰਾਂ 'ਚ ਰੋਟੀ ਪਾਣੀ ਨਹੀਂ ਵੰਡਦੇ ਹੈਗੇ, ਸਵੀਗੀ ਵਾਲੇ ਜਾਂ ਹੋਰ ਕੋਈ ਇੱਥੇ ਹੈਗੇ ਕਾਫੀ ਜਿਹੜੇ ਘਰਾਂ ਦੇ ਵਿੱਚ ਕਾਲ ਦੇ ਉੱਤੇ ਲੈ ਕੇ ਆਉਂਦੇ ਆ, ਉਹ ਮੋਟਰਸਾਈਕਲਾਂ ਤੇ ਵੰਡਦੇ ਸੀ, ਉਹ ਸਾਈਕਲਾਂ ਤੇ ਆ ਗਏ ਆ। ਉਹ ਕਹਿੰਦੇ ਸਾਡਾ ਪ੍ਰੋਫੈਸਰ ਸਾਹਿਬ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਇਹ ਵਧੀਆਂ ਕੀਮਤਾਂ ਜਿਹੜੀਆਂ ਨੇ ਇਹਨਾਂ ਦੀ ਜ਼ਿੰਮੇਵਾਰ ਕਿਤੇ ਨਾ ਕਿਤੇ ਪਹਿਲਾਂ ਦੀਆਂ ਸਰਕਾਰਾਂ ਨੇ। ਬਹੁਤ ਘੱਟ ਸ਼ਬਦਾਂ ਦੇ ਵਿੱਚ ਇਹਨੂੰ ਬਿਆਨ ਕਰ ਦਿਓ, ਵਾਈਂਡ ਅਪ ਕਰੀਏ। ਇਹ ਤਾਂ ਪ੍ਰਧਾਨ ਮੰਤਰੀ ਕਿਤੇ ਇਹ ਨਹੀਂ ਕਹਤਾ ਕਿ ਨਹਿਰੂ ਦੀ ਪਾਲਿਸੀ ਆ, ਉਹ ਤੇ ਪਿੱਛੇ ਨੂੰ ਜਾਂਦੇ। ਅੰਗਰੇਜ਼ਾਂ ਦੀ ਵੀ ਕਹਿ ਸਕਦੇ। ਪ੍ਰਧਾਨ ਮੰਤਰੀ ਸਾਡੇ ਗੱਪੀ ਆ, ਉਹਨਾਂ ਨੂੰ ਸੀਰੀਅਸਲੀ ਨਾ ਲਿਆ ਕਰੋ। ਮੇਰਾ ਖਿਆਲ ਪਤਾ ਨਹੀਂ ਉਹ ਇਸ ਕਰਕੇ ਅਸੀਂ ਲੈਂਦੇ ਕਿਉਂਕਿ ਸਾਡੇ ਪ੍ਰਧਾਨ ਮੰਤਰੀ, ਉਹ ਵੈਸੇ ਉਹ ਆਪਣੇ ਆਪ ਨੂੰ ਬੀਜੇਪੀ ਦੇ ਪ੍ਰਧਾਨ ਮੰਤਰੀ ਸਮਝਦੇ ਜਾਂ RSS ਦੇ ਪ੍ਰਚਾਰਕ ਸਮਝਦੇ। ਉਸ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਬੋਲਾਂ 'ਚ, ਉਹਨਾਂ ਦੇ ਵਰਤਾਰੇ 'ਚ ਨਹੀਂ ਹੁੰਦਾ। ਮੈਨੂੰ ਇਹ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਉਹ ਬੜੇ ਪਾਰਟੀਜ਼ਨ ਰਹਿੰਦੇ ਆ, ਬੜੇ ਉਹਨਾਂ ਦਾ ਜਿਹੜਾ ਖਿਆਲ ਵੀ ਆ ਬੜੇ ਮਾਇਓਪਿਕ, ਛੋਟੇ ਜਿਹੇ ਇਸ ਤਰ੍ਹਾਂ ਸਿੱਧਾ ਇਸ ਤਰ੍ਹਾਂ ਘੋੜੇ ਨੂੰ ਬਲਿੰਕਰ ਪਾਏ ਹੁੰਦੇ, ਉਹਨਾਂ ਕੀ ਦੇਖਦੇ ਵਿੰਡੋ ਥਾਣੀ। ਉਹ ਪੂਰੀ ਦੁਨੀਆ ਨੂੰ ਖੁੱਲ ਕੇ ਦੇਖਣ ਦੀ ਉਹਨਾਂ ਨੂੰ ਆਦਤ ਨਹੀਂ ਹੈਗੀ। ਇਸੇ ਕਰਕੇ ਬਹੁਤ ਸਾਰੀਆਂ ਗਲਤੀਆਂ ਵੀ ਹੁੰਦੀਆਂ। ਇਸੇ ਕਰਕੇ ਬਹੁਤ ਸਾਰੀ ਬੇਵਿਸ਼ਵਾਸੀ, ਬੇਭਰੋਸਗੀ ਤੇ ਬੇਇਤਫਾਕੀ ਵੀ ਦੇਸ਼ ਤੇ ਜਨਤਾ ਦੇ ਅੰਦਰ ਪੈਦਾ ਹੋ ਰਹੀ ਹੈ। ਇਹ ਅਨਰੈਸਟ ਜਿਹੜੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਵੱਡੇ ਪੱਧਰ ਤੇ ਮਿਲ ਜੂਗੀ, ਭਾਵੇਂ ਉਹ ਪੈਟਰੋਲ ਦੀਆਂ ਕੀਮਤਾਂ ਹੋਣ ਜਾਂ ਬਾਕੀ ਮਸਲੇ ਹੋਣ। ਹਾਂਜੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਗੱਲ ਰੱਖਣ ਦੇ ਲਈ। ਫਿਰ ਤੋਂ ਮਿਲਾਂਗੇ ਜੀ ਅਗਲੇ ਸ਼ੋਅ ਦੇ ਵਿੱਚ। ਫਿਲਹਾਲ ਦੇ ਲਈ ਧੰਨਵਾਦ, ਆਪਣਾ ਕੀਮਤੀ ਸਮਾਂ ਜਿਹੜਾ ਉਹ ਤੁਸੀਂ ਕੱਢਿਆ। ਬਹੁਤ ਬਹੁਤ ਸ਼ੁਕਰੀਆ ਸ਼ਹਿਰੀ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਪ੍ਰੋਫੈਸਰ ਮਨਜੀਤ ਨਾਲ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ। ਸਾਡੇ ਕਾਲਰਸ ਬਹੁਤ ਸਾਰੇ ਸਾਡੇ ਨਾਲ ਜੁੜੇ, ਤਕਰੀਬਨ ਹਰ ਦਿਨ ਜਦੋਂ ਸ਼ੋਅ ਕਰਦੇ ਆ ਨਾਲ ਜੁੜਿਆ ਕਰੋ, ਆਪਣੀ ਗੱਲ ਰੱਖਿਆ ਕਰੋ, ਔਰ ਨੰਬਰ ਬਕਾਇਦਾ ਉੱਤੇ ਫਲੈਸ਼ ਕਰ ਹੀ ਰਿਹਾ ਹੁੰਦਾ ਹੈ। ਜਿਹੜੇ ਕਾਲਰਸ ਦੀ ਕਾਲ ਮੈਂ ਅਟੈਂਡ ਨਹੀਂ ਕਰ ਪਾਈ ਉਹਨਾਂ ਨੂੰ ਮਾਫੀ ਚਾਹੁੰਦੀ ਹਾਂ ਜੀ ਉਹਨਾਂ ਕੋਲੋਂ, ਕਿਉਂਕਿ ਕਈ ਵਾਰੀ ਸ਼ੋਅ ਕਰਦੇ ਹੋਏ ਕੋਈ ਕਾਲਸ ਛੁੱਟ ਵੀ ਜਾਂਦੀਆਂ ਨੇ, ਅਟੈਂਡ ਨਹੀਂ ਹੁੰਦੀਆਂ। ਪਰ ਤੁਸੀਂ ਕਰਦੇ ਰਿਹਾ ਕਰੋ। ਹੋ ਸਕਦਾ ਅਗਲੇ ਸ਼ੋਅ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜਾ ਤੁਹਾਡੀ ਗੱਲ ਆਪਾਂ ਸੁਣ ਲਈਏ, ਜਿਹੜੇ ਮੁੱਦੇ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਆਪਾਂ ਉਸ ਤੇ ਵੀ ਤੁਹਾਡੇ ਵਿਚਾਰ ਸੁਣ ਲਈਏ। ਸੋ ਹੁਣ ਅਗਲੇ ਸ਼ੋਅ ਦੇ ਵਿੱਚ ਸੋਮਵਾਰ ਨੂੰ ਅਸੀਂ ਫਿਰ ਤੋਂ ਮਿਲਾਂਗੇ। ਅੱਜ ਦੇ ਲਈ ਮੈਨੂੰ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।